मृतक का जीवलनहार, भूखे को देवती आधार, सर्वनिदान जाकी दृष्टि माहे, पूर्व लिखे का लहना पाहे, सब किश तिसका करने जोग, तिस बिन दूसर हुआ ना होग। जप जन सदा सदा दिन रहनी, सब तै ऊच निर्मल करणी, कर कृपा जिसको नाम दिया, नानक सो जन निर्मल थिया। फिरत फिरत प्रभ आया, परया तो जनती, अपनी भक्ति लाए। ज़ारा ज़हूर हाजरा हजूर, सर्व कला भरपूर समर्थ गुरु, लोग परलोक दे रखियक भगत वशल, ज्ञान दा सागर दसां पातशाहियां दी जोत, धन धन श्री गुरु ग्रंथ साहिब महाराज जी, पातशाह जी दी पावन पवित्र गोद हजूरी दे विच गुरु शब्द दे नाल जुड़ बैठी जुड़ रही गुरु प्यारे साध संगत जी, धनता दे योग वड भागे हाँ। सतगुरु जी ने दयालता की है, मेहर की है, जीवन स्वास तंदुरुस्ती बख्शी है, उद्यम बख्शिया है, अपने दर्शन दीदार दे के महाराज जी निहाल कर रहे हैं और अपनी सब तो महंगी कीमती वस्तु नाम गुरबाणी कीर्तन शब्द विचार दे रूप दे विच सानू बख्शिश कर रहे हैं। सो गुरु साहब जी दया करन, मेहर करन, शब्द साडे हिरदे विच वसे। बाणी की एक बड़ी प्यारी पंक्ति आ रही है, एक शब्द मेरे प्राण बस्त है, बहुड़ जन्म ना आवा। एक शब्द वो है जिहड़ा असी गुरु ग्रंथ साहब महाराज जी तो जां किसी महात्मा तो जां पंजां प्यारियां तो शब्द लैके उसनूं जपदे हां। वो शब्द जिहड़ा हुंदा वो सानू पता हुंदा, सानू पंज प्यारियां ने यही शब्द दिता, सानू फलाने ने यही शब्द दिता, असीं इसनूं जपना। एक शब्द मेरे प्राण बस्त है, बहुड़ जन्म ना आवा। जिन्ने असीं बैठे हैं, जिन्ने तुसीं सुन रहे हो, कि किसी नूं पता होएगा, किसी नूं पता। एक शब्द मेरे प्राण बस्त है, बहुड़ जन्म ना आवा। वो किहड़ा शब्द है जिहड़ा प्राणां दे विच वसदा पिया है। शब्द करके ही मैं साफ साफ दसदा, शब्द करके ही असीं जिउंदे हां, शब्द करके ही असीं तुरदे हां, बोलदे हां, बहिंदे हां, उठदे हां, गाउंदे हां, हर कुछ करदे हां। जां इंज भी कह दिए असी ही शब्द हाँ। हुण खोल के दसना पेगा असी किवें शब्द हाँ। सारा संसार शब्द है, गुरु ग्रंथ साहब शब्द है। मनुखी जामे दे विच घुम रही जिहड़ियां रूहां ने शब्द हन।
ਕਿਵੇਂ? ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਭਇਓ ਪ੍ਰਗਾਸ। ਧਰਤੀ ਨੂੰ ਜਾਂ ਜਿੰਨਾ ਬ੍ਰਹਿਮੰਡ, ਇਸ ਦੀ ਪੈਦਾਇਸ਼ ਲਿਖੀ ਹੈ ਸ਼ਬਦ ਤੋਂ। ਇਹ ਸਭ ਕੁਝ ਸ਼ਬਦ ਤੋਂ ਪੈਦਾ ਹੋਇਆ। ਤੇ ਸ਼ਬਦ ਪੈਦਾ ਜਿਸ ਦਿਨ ਹੋਇਆ, ਇਹਦਾ ਮਤਲਬ ਉਸ ਦਿਨ ਕੋਈ ਸ਼ਕਤੀ ਪਰਮਾਤਮਾ ਸੀ। ਉਹ ਸ਼ਕਤੀ ਜਦੋਂ ਪੈਦਾ ਹੋਈ ਤੇ ਨਾਲ ਹੀ ਸ਼ਬਦ ਪੈਦਾ ਹੋਇਆ, ਉਸੇ ਦਿਨ ਹੀ ਅਸੀਂ ਪੈਦਾ ਹੋ ਗਏ। ਬਹੁਤ ਡੂੰਘੀਆਂ ਤੇ ਪਿਆਰੀਆਂ ਵਿਚਾਰਾਂ ਨੇ। ਉਨੀ ਹੀ ਡੂੰਘਾਈ ਵਾਲਾ ਦਿਮਾਗ ਤੇ ਇੰਟਰਸਟ ਚਾਹੀਦਾ, ਤਾਂ ਸਮਝ ਲੱਗੇਗੀ। ਜਿਸ ਦਿਨ ਸ਼ਬਦ ਬਣਿਆ, ਮੈਂ ਬਾਣੀ ਮੁਤਾਬਕ ਕਹਿ ਰਿਹਾ, ਕੋਈ ਆਪਣੇ ਕੋਲੋਂ ਨਹੀਂ। ਜਿਸ ਦਿਨ ਸ਼ਬਦ ਬਣਿਆ ਨਾ, ਉਸੇ ਦਿਨ ਹੀ ਅਸੀਂ ਬਣ ਗਏ। ਕਿਉਂਕਿ ਸਾਨੂੰ ਰਾਮ ਦੀ ਅੰਸ਼ ਲਿਖਿਆ ਬਾਣੀ ਦੇ ਵਿੱਚ। ਸਾਨੂੰ ਬਾਣੀ ਦੇ ਵਿੱਚ ਉਸ ਪ੍ਰਮਾਤਮਾ ਦੀ ਅੰਸ਼ ਲਿਖਿਆ। ਇਹਦਾ ਮਤਲਬ ਅੰਸ਼ ਬੰਸ ਉਸ ਪ੍ਰਮਾਤਮਾ ਦੀਆਂ ਅਸੀਂ। ਤੇ ਜਿਸ ਦਿਨ ਦਾ ਪ੍ਰਮਾਤਮਾ, ਜਿਸ ਦਿਨ ਦਾ ਸ਼ਬਦ ਹੈ, ਉਸੇ ਦਿਨ ਦੇ ਅਸੀਂ ਇਸ ਸੰਸਾਰ ਤੇ ਆ ਚੁੱਕੇ ਹਾਂ। ਉਸ ਦਿਨ ਤੋਂ ਹੀ ਅਸੀਂ ਹਾਂ। ਬਾਣੀ ਵਿੱਚ ਲਿਖਿਆ, ਕਲੀਅਰ ਕੀਤਾ ਹੈ, ਬਹੁਤ ਜਨਮ ਬਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲਿਖਿਆ। ਲੱਖ 84 ਭਰਮ ਤੇ ਦੁਰਲਭ ਜਨਮ ਪਾਏ ਹੋਏ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਮਨੁੱਖ ਦਾ ਸਰੂਪ ਜਦੋਂ ਪੂਰਾ ਪ੍ਰਫੁੱਲਤ ਨਹੀਂ ਹੋਇਆ ਸੀ, ਬਾਂਦਰ ਦੀ ਸ਼ਕਲ ਵਾਲਾ ਸਾਨੂੰ ਦੱਸਿਆ ਜਾਂਦਾ ਹੈ। ਧਿਆਨ ਦੇਣਾ, ਜਾਨਵਰ ਵਾਂਗ। ਸ਼ੁਰੂ ਤੋਂ ਜਦੋਂ ਮਨੁੱਖ ਅਜੇ ਪੂਰਨ ਪ੍ਰਫੁੱਲਤ ਨਹੀਂ ਸੀ ਹੋਇਆ, ਅਜੇ ਇਸ ਨੂੰ ਗਿਆਨ ਨਹੀਂ ਸੀ ਖਾਣ ਦਾ, ਇਸ ਨੂੰ ਪਹਿਨਣ ਦਾ ਗਿਆਨ ਨਹੀਂ ਸੀ। ਇਹ ਹੌਲੀ ਹੌਲੀ ਇਹ ਚੀਜ਼ ਜਿਹੜੀ ਹੈ ਵਧੀ, ਪ੍ਰੋਗਰੈਸ ਹੋਈ, ਫਿਰ ਸਭ ਕੁਝ ਪਤਾ ਚੱਲਦਾ ਗਿਆ। ਮਤਲਬ ਕਹਿਣ ਦਾ, ਸ਼ਬਦ ਦੀ ਵਿਚਾਰ ਆਰੰਭ ਹੋਈ ਹੈ। ਸ਼ਬਦੇ ਧਰਤੀ, ਸ਼ਬਦੇ ਆਕਾਸ਼, ਸ਼ਬਦੇ ਸ਼ਬਦ ਭਇਓ ਪ੍ਰਗਾਸ। ਇੱਕ ਸ਼ਬਦ ਮੇਰੇ ਪ੍ਰਾਣ ਅਵਸਥ ਹੈ, ਬਹੁੜ ਜਨਮ ਨਾ ਆਵਾਂ। ਉਹ ਸ਼ਬਦ ਕੋਈ ਵੱਖਰਾ ਨਹੀਂ ਵੀ ਉਹ ਵੱਖਰਾ ਹੈ, ਕਿਧਰੋਂ ਆਉਣਾ ਹੈ, ਤੇ ਉਸ ਸ਼ਬਦ ਨੇ ਅੰਦਰੋਂ ਪ੍ਰਗਟ ਹੋਣਾ। ਦੇਖੋ, ਧਰਤੀ ਹੇਠ ਵਸੰਦਾ ਪਾਣੀ, ਜਿੰਨੀ ਧਰਤੀ ਹੈ ਇਹਦੇ ਹੇਠਾਂ ਪਾਣੀ ਹੈ, ਸਾਨੂੰ ਸਾਰਿਆਂ ਨੂੰ ਪਤਾ। ਜਿੱਥੋਂ ਕੋਈ ਚਾਹੇ ਉਹਨੂੰ ਖੋਦ ਕੇ ਬੋਰ ਕਰਕੇ ਉਸਦੇ ਵਿੱਚੋਂ ਜਲ ਕੱਢ ਸਕਦਾ। ਉਹਦੇ ਲਈ ਬੜੀ ਮਿਹਨਤ ਤੇ ਬੜਾ ਖਰਚਾ ਕਰਨਾ ਪੈਂਦਾ। ਪਾਣੀ ਹੈ, ਅੰਦਰ ਬਾਣੀ ਹੈ, ਅੰਦਰ ਪਰਮ ਪਿਤਾ ਪਰਮਾਤਮਾ ਹੈ। ਮਹਾਰਾਜ ਜੀ ਕਹਿੰਦੇ ਨੇ ਉਸ ਨੂੰ ਖੋਜਣਾ ਪੈਂਦਾ ਹੈ, ਉਸ ਨੂੰ ਬੜੀ ਮਿਹਨਤ ਦੁਆਰਾ ਦੇਖਣਾ ਪੈਂਦਾ, ਸੁਣਨਾ ਪੈਂਦਾ, ਧਿਆਨ ਲਗਾਉਣਾ ਪੈਂਦਾ। ਤੇ ਫਿਰ ਜਦੋਂ ਬਹੁਤ ਜ਼ਿਆਦਾ ਮਿਹਨਤ ਕਰ ਲਈ ਜਾਵੇ, ਫਿਰ ਬੰਦਾ ਉਸ ਦੇ ਨਜ਼ਦੀਕ ਪਹੁੰਚ ਜਾਂਦਾ। ਜਦੋਂ ਧਰਤੀ ਦੇ ਵਿੱਚੋਂ ਜਲ ਨਿਕਲ ਆਏ ਤੇ ਫਿਰ ਸਾਰੇ ਪਾਸੇ ਕੀ ਹੋ ਜਾਂਦਾ ਹੈ? ਹਰਿਆਵਲ। ਉਹ ਸ਼ਬਦ ਜਿਹੜਾ ਸਾਡੇ ਅੰਦਰ ਹੈ, ਜਿਵੇਂ ਬਾਹਰੋਂ ਪਾਣੀ ਪਾਇਆ ਜਾਂਦਾ ਹੈ ਥੱਲਿਓਂ ਪਾਣੀ ਕੱਢਣ ਦੇ ਲਈ, ਜਿੰਨੇ ਵੀ ਲੋਕ ਬੋਰ ਕਰਦੇ ਨੇ ਉਹ ਥੱਲਿਓਂ ਪਾਣੀ ਕੱਢਣ ਦੇ ਲਈ ਉੱਪਰੋਂ ਪਾਣੀ ਪਾਉਂਦੇ ਹਨ ਤੇ ਫਿਰ ਧਰਤੀ ਦੇ ਵਿੱਚੋਂ ਜਲ ਕੱਢਦੇ ਹਨ। ਸ਼ਬਦ ਸਾਡੇ ਅੰਦਰ ਹੁੰਦਾ ਹੈ, ਪਰ ਜਦੋਂ ਸਾਨੂੰ ਗੁਰੂ ਦੀ ਕਿਰਪਾ ਦੇ ਨਾਲ ਸ਼ਬਦ ਸਮੇਂ ਦੇ ਮੁਤਾਬਕ, ਚਾਹੇ ਉਸ ਸਮੇਂ ਸਾਡੇ ਗੁਰੂ ਸਾਹਿਬਾਨ ਹਨ, ਚਾਹੇ ਪੰਜ ਪਿਆਰੇ ਹਨ, ਚਾਹੇ ਕੋਈ ਵੀ ਹਨ, ਚਾਹੇ ਕੋਈ ਮਹਾਤਮਾ ਹੈ, ਜਦੋਂ ਸਾਨੂੰ ਉਹ ਸ਼ਬਦ ਜਾਂ ਇੰਝ ਕਹਿ ਲਈਏ ਵੀ ਨਾਮਦਾਨ ਬਖਸ਼ਦਾ ਹੈ। ਅਸੀਂ ਸਿੱਖਾਂ, ਸਾਨੂੰ ਨਾਮਦਾਨ ਸ਼ਬਦ ਜਿਹੜਾ ਪੰਜ ਪਿਆਰੇ ਬਖਸ਼ਦੇ ਹਨ। ਸੋ ਫਿਰ ਉਹ ਇਸ ਸ਼ਬਦ ਨੂੰ ਅਭਿਆਸ ਰਾਹੀਂ ਜਪਣ ਨੂੰ ਕਹਿੰਦੇ ਨੇ।
ਤੇ ਉਹ ਸ਼ਬਦ ਜਿਹੜਾ ਅੰਦਰ ਹੈ ਉਹ ਫਿਰ ਪ੍ਰਗਟ ਹੁੰਦਾ ਹੈ, ਕੰਬੀਨੇਸ਼ਨ ਬਣਦਾ ਹੈ ਔਰ ਅੰਦਰੋਂ ਪ੍ਰਗਟ ਹੋਇਆ ਸ਼ਬਦ ਫਿਰ ਅਸਲ ਦੇ ਵਿੱਚ ਅਸਲ ਰੂਪ ਦਾ ਗਿਆਨ ਕਰਵਾਉਂਦਾ ਹੈ। ਬਾਹਰਲਾ ਸ਼ਬਦ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਬਹੁਤ ਸਾਲਾਂ ਤੋਂ ਦੇਖ ਰਹੇ ਹਾਂ, ਧਿਆਨ ਦੇਣਾ, ਬਾਹਰਲਾ ਸ਼ਬਦ ਗ੍ਰੰਥਾਂ ਦੇ ਵਿੱਚ ਹੈ, ਉਹਨੂੰ ਤੇ ਅਸੀਂ ਦੇਖ ਰਹੇ ਹਾਂ ਜਦੋਂ ਤੱਕ, ਧਿਆਨ ਦੇਣਾ, ਜਦੋਂ ਤੱਕ ਇਹ ਆਪਸ ਵਿੱਚ ਮਿਲਦੇ ਨਹੀਂ ਉਦੋਂ ਤੱਕ ਉਸ ਚੀਜ਼ ਦਾ ਜਨਮ ਨਹੀਂ ਹੁੰਦਾ ਜਿਹਨੂੰ ਸੱਚ ਦਾ ਪ੍ਰਕਾਸ਼ ਕਹਿੰਦੇ ਨੇ। ਜਾਂ ਇੰਝ ਕਹਿ ਲਈਏ ਜਦੋਂ ਐਕਸ ਮਿਲਦੇ ਨੇ, ਐਕਸ ਵਾਈ ਮਿਲਦੇ ਨੇ ਤੇ ਬੱਚੇ ਪੈਦਾ ਹੁੰਦੇ ਨੇ। ਇਹ ਸਾਇੰਸ ਦਾ ਵਿਸ਼ਾ ਹੈ। ਜਿਵੇਂ ਮੇਲ ਰਾਹੀਂ ਮਿਲਾਪ ਰਾਹੀਂ ਬਾਣੀ ਵਿੱਚ ਲਿਖਿਆ, ਮਾਂ ਕੀ ਰਕਤ ਪਿਤਾ ਬਿਦ ਧਾਰਾ, ਘਰ ਦੇ ਵਿੱਚ ਇੱਕ ਬੱਚਾ ਪੈਦਾ ਹੁੰਦਾ ਹੈ। ਜਦੋਂ ਬਾਹਰਲਾ ਸ਼ਬਦ, ਕਿਉਂਕਿ ਅੰਤਰ ਬਸੇ ਬਾਹਰ ਵੀ ਉਹੀ, ਜਦੋਂ ਅਸੀਂ ਬਾਹਰਲੇ ਸ਼ਬਦ ਨੂੰ, ਚਾਹੇ ਵਾਹਿਗੁਰੂ ਹੈ, ਰਾਮ ਹੈ, ਅੱਲਾ ਹੈ, ਕੋਈ ਵੀ, ਉਸ ਸ਼ਬਦ ਨੂੰ ਜਪ ਕੇ ਅੰਦਰਲੇ ਸ਼ਬਦ ਦੇ ਨਾਲ ਉਸ ਨੂੰ ਟੱਚ ਕਰਦੇ ਹਾਂ, ਫਿਰ ਉੱਥੋਂ ਸੱਚਾ ਗਿਆਨ, ਸੱਚਾ ਪਰਮੇਸ਼ਰ ਦਾ ਗਿਆਨ ਜਿਹੜਾ ਉਹ ਪ੍ਰਗਟ ਹੁੰਦਾ ਹੈ। ਉਸ ਪ੍ਰਗਟ ਹੋਏ ਗਿਆਨ ਦੁਆਰਾ ਹੀ ਸੰਸਾਰ ਦੇ ਵਿੱਚ ਪਰਮਾਤਮਾ ਦਿਸਦਾ ਹੈ। ਉਸ ਤਰ੍ਹਾਂ ਅਸੀਂ 100 ਵਾਰੀ ਸੁਣਾਈ ਜਾਈਏ ਜਾਂ ਸੁਣੀ ਜਾਈਏ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਸਾਰਾ ਸੰਸਾਰ ਪਰਮਾਤਮਾ ਹੈ, ਕੋਈ ਮੰਨਣ ਨੂੰ ਤਿਆਰ ਨਹੀਂ ਹੋਏਗਾ ਜਦੋਂ ਤੱਕ ਉਸ ਨੂੰ ਆਪਣੇ ਅੰਦਰ ਪਰਮਾਤਮਾ ਫੀਲ ਜਾਂ ਦਿਸੇਗਾ ਨਹੀਂ, ਫੀਲ ਨਹੀਂ ਹੋਏਗਾ। ਜਦੋਂ ਤੱਕ ਉਸ ਨੂੰ ਆਪਣੇ ਅੰਦਰ ਉਹ ਪਰਮਾਤਮਾ ਦਿਸੇਗਾ ਜਾਂ ਫੀਲ ਨਹੀਂ ਹੋਏਗਾ, ਉਦੋਂ ਤੱਕ ਉਹ ਬਾਹਰ ਵੀ ਪਰਮਾਤਮਾ ਨੂੰ ਨਹੀਂ ਮੰਨੇਗਾ। ਕਿਉਂਕਿ ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲੇ ਸੋ ਭਰਮ ਭੁਲਾਈ, ਬਾਹਰ ਰੱਬ ਹੈ ਜਾਂ ਨਹੀਂ, ਪਹਿਲਾਂ ਅੰਦਰੋਂ ਦੇਖਣਾ ਪਏਗਾ, ਅੰਦਰੋਂ ਸੁਣਨਾ ਪਏਗਾ, ਅੰਦਰੋਂ ਸਮਝਣਾ ਪਏਗਾ, ਤੇ ਫਿਰ ਸਾਰੇ ਪਾਸੇ ਹਰਿਆਵਲ ਹੀ ਹਰਿਆਵਲ ਦਿਸੇਗੀ। ਮਤਲਬ ਸਾਰੇ ਪਾਸੇ ਉਹ ਪ੍ਰਮਾਤਮਾ ਹੀ ਪ੍ਰਮਾਤਮਾ ਦਿਸੇਗਾ। ਉਸ ਤਰ੍ਹਾਂ ਉਹ ਨਹੀਂ ਦਿਸਦਾ ਜਦ ਤੱਕ ਅੰਦਰੋਂ ਗੁਰੂ ਕਿਰਪਾ ਦੇ ਨਾਲ ਪ੍ਰਗਟ ਨਾ ਹੋਵੇ। ਤੇ ਅੰਦਰੋਂ ਪ੍ਰਗਟ ਕੌਣ ਕਰਦਾ ਹੈ? ਜਿਸ ਕੋਲ ਅਸੀਂ ਬੈਠੇ ਹਾਂ ਉਹ ਪ੍ਰਗਟ ਕਰਦਾ ਹੈ, ਤੇ ਸਮਝ ਵੀ ਉਹੀ ਲਗਵਾਉਂਦਾ ਹੈ। ਆਪਣੇ ਆਪ ਸਾਨੂੰ ਸਮਝ ਨਹੀਂ ਲੱਗ ਸਕਦੀ ਜੋ ਰੱਬ ਹੈ। ਸੋ ਆਓ ਸ਼ਬਦ ਦੀ ਵਿਚਾਰ ਜਿਹੜੀ ਹੈ ਅੱਜ ਦੀ ਲੜੀਵਾਰ, ਉਸ ਨੂੰ ਅਸੀਂ ਆਰੰਭ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 283 ਦੇ ਉੱਪਰ ਇਹ ਸ਼ਬਦ ਅੰਕਿਤ ਹੈ। ਮ੍ਰਿਤਕ ਕੋ ਜੀਵਾਲਨਹਾਰ, ਭੁੱਖੇ ਕੋ ਦੇਵਤ ਆਧਾਰ। ਮ੍ਰਿਤਕ ਕੋ ਜੀਵਾਲਨਹਾਰ ਦਾ ਪਦ ਅਰਥ ਇਹ ਬਣਦਾ ਵੀ ਉਹ ਮੋਇਆ ਨੂੰ ਵੀ ਜਵਾਲ ਦਿੰਦਾ, ਉਹ ਮਰਿਆਂ ਨੂੰ ਵੀ ਜਿਉਂਦੇ ਕਰ ਦਿੰਦਾ। ਜੇ ਇਹਦਾ ਅਰਥ ਇਹ ਲਈਏ ਤੇ ਫਿਰ ਮਤਲਬ ਇਹ ਹੋ ਗਿਆ, ਫਿਰ ਸਾਨੂੰ ਵੀ ਕੋਈ ਪੁੱਛ ਸਕਦਾ ਵੀ ਫਲਾਨਾ ਬੰਦਾ ਮਰ ਗਿਆ, ਰੱਬ ਨੂੰ ਕਹਿ ਦਿਓ, ਗੁਰੂ ਗ੍ਰੰਥ ਸਾਹਿਬ ਨੂੰ ਕਹਿ ਦਿਓ ਉਹਨੂੰ ਜਿਉਂਦਾ ਕਰ ਦਿਓ, ਕਿਉਂਕਿ ਤੁਸੀਂ ਕਿਹਾ ਜੋ ਹੈ ਅਰਥ ਦੇ ਵਿੱਚ ਵੀ ਮਰਿਆਂ ਨੂੰ ਉਹ ਜਿਉਂਦੇ ਕਰ ਦਿੰਦਾ। ਇੱਥੇ ਮਰੇ ਦਾ ਅਰਥ ਕੀ ਹੈ? ਠੀਕ ਹੈ, ਪਦ ਦੇ ਅਰਥ ਵੀ ਸਹੀ ਹੈ, ਉਹ ਮਰੇ ਹੋਏ ਨੂੰ ਵੀ ਜਿਉਂਦਾ ਕਰ ਸਕਦਾ ਹੈ। ਜਿਵੇਂ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਧੜ ਤੋਂ ਅਲੱਗ ਕਰਕੇ ਤੇ ਫਿਰ ਮੁੜ ਉਹਨਾਂ ਨੂੰ ਸੁਰਜੀਤ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਪੰਜ ਪਿਆਰਾ, ਮਤਲਬ ਪੰਜ ਪਿਆਰੇ ਖਾਲਸੇ ਦੇ ਰੂਪ ਦੇ ਵਿੱਚ ਪ੍ਰਗਟ ਕੀਤਾ। ਮ੍ਰਿਤਕ ਕੋ ਜੀਵਾਲਨਹਾਰ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਸਮਰੱਥ ਗੁਰੂ ਕੁਛ ਵੀ ਕਰ ਸਕਦਾ ਹੈ। ਸਾਡੀ ਸੋਚ ਬਹੁਤ ਨਿੱਕੀ ਹੈ, ਸਾਡਾ ਅੰਦਰਲਾ ਸਿਸਟਮ ਬਹੁਤ ਜਿਹੜਾ ਹੈ ਉਹ ਛੋਟਾ, ਸਾਨੂੰ ਸਮਝ ਨਹੀਂ ਲੱਗ ਸਕਦੀ ਉਸ ਪ੍ਰਮਾਤਮਾ ਦੀ। ਪ੍ਰਮਾਤਮਾ ਕਿਹੜੇ ਰੰਗਾਂ ਦੇ ਵਿੱਚ ਖੇਲਦਾ ਹੈ, ਉਹਦੀਆਂ ਬਾਤਾਂ ਉਹੀ ਜਾਣਦਾ। ਸਾਡੀ ਸਮਝ ਤੋਂ ਪਰੇ ਹੈ। ਬੇਅੰਤ, ਜਿਹਦਾ ਅੰਤ ਕੋਈ ਨਹੀਂ ਉਹਨੂੰ ਕਹਿੰਦੇ ਨੇ ਬੇਅੰਤ। ਬੇਅੰਤ ਨੂੰ ਜਾਣਨ ਲਈ ਬੇਅੰਤ ਬਣਨਾ ਪਏਗਾ, ਤੇ ਜਿਹੜਾ ਕੋਈ ਬੇਅੰਤ ਬਣ ਜਾਏਗਾ ਉਹਦੇ ਅੰਦਰ ਸਵਾਲ ਹੀ ਨਹੀਂ ਪੈਦਾ ਹੋਏਗਾ। ਉਹਦੇ ਅੰਦਰ ਕੋਈ ਵੀ ਚੀਜ਼ ਜਿਹੜੀ ਹੈ, ਕਿਉਂਕਿ ਉਹਨੂੰ ਗਿਆਨ ਜੋ ਹੋ ਗਿਆ, ਉਹਨੂੰ ਸਵਾਲ ਦੀ ਕੀ ਜ਼ਰੂਰਤ ਹੈ? ਸਵਾਲ ਉਹੀ ਕਰੇਗਾ ਜਿਹੜਾ ਅਧੂਰਾ। ਮੈਂ ਅਧੂਰਾ, ਮੈਂ ਸਵਾਲ ਸਵਾਲ ਕਰਾਂਗਾ ਉੱਤਰ ਲੈਣ ਦੇ ਲਈ। ਜਿਹਨੂੰ ਆਲਰੇਡੀ ਆਟੋਮੈਟਿਕਲੀ ਉੱਤਰ ਮਿਲ ਗਏ, ਹੁਣ ਉਹ ਸਵਾਲ ਕਿਉਂ ਕਰੇਗਾ?
ਉਹ ਸਵਾਲ ਨਹੀਂ ਕਰੇਗਾ। ਜਿਹੜਾ ਬੇਅੰਤ ਵਿੱਚ ਲੀਨ ਹੋ ਗਿਆ ਉਹ ਬੇਅੰਤੀ ਹੋ ਜਾਏਗਾ, ਉਹਦਾ ਰੂਪ ਹੋ ਜਾਏਗਾ। ਉਹ ਕਦੀ ਵੀ ਸਵਾਲ ਨਹੀਂ ਕਰੇਗਾ, ਉਹ ਹਮੇਸ਼ਾ ਬੇਨਤੀਆਂ ਹੀ ਕਰੇਗਾ। ਸੋ ਮ੍ਰਿਤਕ ਕੋ ਜੀਵਾਲਨ ਹਾਰ, ਕੀ ਪ੍ਰਮਾਤਮਾ ਮਰਿਆ ਨੂੰ ਜਿਉਂਦਾ ਕਰ ਸਕਦਾ? ਜੇ ਜਿਉਂਦਾ ਕਰ ਸਕਦਾ ਹੈ ਤੇ ਫਿਰ ਸਾਰਿਆਂ ਨੂੰ ਕਰਨਾ ਚਾਹੀਦਾ, ਕਿਉਂਕਿ ਸਾਰਿਆਂ ਨੂੰ ਆਪਣੇ ਪਰਿਵਾਰ ਪਿਆਰੇ ਹੁੰਦੇ ਨੇ, ਸਾਰਿਆਂ ਨੂੰ ਰੂਹਾਂ ਪਿਆਰੀਆਂ ਹੁੰਦੀਆਂ ਨੇ, ਸਾਰਿਆਂ ਨੂੰ ਸਰੀਰ ਆਪਣੇ ਪਿਆਰੇ ਹੁੰਦੇ ਨੇ। ਫਿਰ ਜੇ ਬਾਣੀ ਵਿੱਚ ਲਿਖਿਆ ਮ੍ਰਿਤਕ ਕੋ ਜੀਵਾਲਨ ਹਾਰ, ਤੇ ਇਹਦਾ ਅਰਥ ਮਹਾਰਾਜ ਜੀ ਸਮਝਾਇਆ ਜਾਏ, ਉਹ ਮ੍ਰਿਤਕ ਨੂੰ ਕਿਵੇਂ ਜਿਉਂਦਾ ਕਰਦਾ, ਉਹ ਮਰੇ ਨੂੰ ਕਿਵੇਂ ਜਿਉਂਦਾ ਕਰਦਾ, ਇਹਦੇ ਅਰਥ ਕੀ ਨੇ? ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੇ। ਉਹ ਚਾਹੇ ਤੇ ਜੋ ਕੁਝ ਮਰਜ਼ੀ ਕਰ ਸਕਦਾ। ਸੀਸ ਲੱਤ ਕੇ ਥੱਲੇ ਡਿੱਗਿਆ ਹੋਵੇ, ਉਸ ਨੂੰ ਹੱਥੇ ਰੱਖ ਕੇ ਬਾਬਾ ਦੀਪ ਸਿੰਘ ਜੀ ਵਰਗੇ ਖੰਡਾ ਚਲਾਉਂਦੇ ਨੇ, ਤੇ ਇਹ ਕੀ ਹੈ? ਸੀਸ ਦੇ ਉੱਪਰ ਆਰਾ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਇਹ ਕੀ ਹੈ? ਦੇਗ ਦੇ ਵਿੱਚ ਸਰੀਰ ਉਬਾਲਿਆ ਜਾਂਦਾ ਹੈ, ਪਰ ਉਹ ਪ੍ਰਮਾਤਮਾ ਦਾ ਨਾਮ ਜਪਦੇ ਨੇ, ਇਹ ਕੀ ਹੈ? ਸੈਂਕੜੇ ਹਜ਼ਾਰਾਂ ਫੱਟ ਸਾਹਿਬਜ਼ਾਦਿਆਂ ਦੇ ਲੱਗਦੇ ਨੇ, ਉਹ ਮੁਸਕਰਾਈ ਜਾਂਦੇ ਨੇ, ਇਹ ਕੀ ਹੈ? ਇਹਦਾ ਮਤਲਬ ਕੋਈ ਤਾਕਤ, ਕੋਈ ਸ਼ਕਤੀ ਹੈ ਜਿਹੜੀ ਇੰਨਾ ਦੁੱਖ ਦੇਣ ਦੇ ਬਾਵਜੂਦ ਵੀ ਦੁਖੀ ਹੋਣ ਨਹੀਂ ਦਿੰਦੀ, ਇੰਨੀ ਤਕਲੀਫ ਮਿਲਣ ਦੇ ਬਾਅਦ ਵੀ ਤਕਲੀਫ ਮਹਿਸੂਸ ਹੋਣ ਨਹੀਂ ਦਿੰਦੀ, ਤੇ ਮਰਨ ਤੋਂ ਬਾਅਦ ਵੀ ਮਰਨ ਨਹੀਂ ਦਿੰਦੀ। ਸਾਡੇ ਮੁਤਾਬਕ ਮਰਨਾ ਉਸ ਨੂੰ ਕਹਿੰਦਾ ਹੈ ਜਦੋਂ ਕਿਸੇ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲ ਜਾਂਦੇ ਨੇ, ਉਹਨੂੰ ਜਲਾ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ, ਉਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਮਰ ਗਿਆ। ਬਾਣੀ ਵਿੱਚ ਲਿਖਿਆ ਹੀ ਨਹੀਂ ਉਹ ਮਰ ਗਿਆ, ਕਿਉਂਕਿ ਪੰਕਤੀ ਪਹਿਲੀ ਆਈ ਹੈ ਮ੍ਰਿਤਕ ਕੋ ਜੀਵਾਲਨ ਹਾਰ। ਖੋਲ ਕੇ ਸਾਨੂੰ ਗੁਰੂ ਸਾਹਿਬ ਦੱਸਣਗੇ ਤਾਂ ਸਾਨੂੰ ਸਮਝ ਆਏਗੀ। ਸਾਡੇ ਮੁਤਾਬਕ ਮ੍ਰਿਤਕ ਮੁਰਦਾ ਉਹ ਹੈ ਜਿਸ ਨੂੰ ਜਲਾ ਦਿੱਤਾ ਜਾਂਦਾ, ਰੋੜ ਦਿੱਤਾ ਜਾਂਦਾ ਜਾਂ ਦਫਨਾ ਦਿੱਤਾ ਜਾਂਦਾ, ਇਸ ਤਰੀਕੇ ਦੇ ਨਾਲ ਅਲਵਿਦਾ ਹੁੰਦਾ। ਤੇ ਗੁਰੂ ਮਹਾਰਾਜ ਜੀ ਕਹਿੰਦੇ ਨੇ ਅਸਲ ਦੇ ਵਿੱਚ ਇੱਥੇ ਮ੍ਰਿਤਕ ਦਾ ਅਰਥ ਕੀ ਹੈ? ਜਿਸ ਦੀ ਜ਼ਮੀਰ ਮਰ ਜਾਏ ਉਸ ਨੂੰ ਕਹਿੰਦੇ ਨੇ ਮੁਰਦਾ, ਮ੍ਰਿਤਕ। ਜਿਸ ਦੇ ਅੰਦਰ ਪ੍ਰੀਤ ਨਾ ਹੋਵੇ, ਦਇਆ ਨਾ ਹੋਵੇ, ਧਰਮ ਨਾ ਹੋਵੇ, ਸਹਿਜ ਨਾ ਹੋਵੇ, ਪ੍ਰੇਮ ਨਾ ਹੋਵੇ, ਸ਼ੁਕਰਾਨਾ ਨਾ ਹੋਵੇ, ਪ੍ਰੀਤ ਨਾ ਹੋਵੇ, ਪ੍ਰੇਮ ਨਾ ਹੋਵੇ, ਉਹਨੂੰ ਵੀ ਕਹਿੰਦੇ ਨੇ ਮੁਰਦਾ, ਉਹਨੂੰ ਵੀ ਮ੍ਰਿਤਕ ਕਹਿੰਦੇ ਨੇ। ਜਾਂ ਪੰਕਤੀ ਪੜ੍ਹਦੇ ਆ, ਕਲੀਅਰ ਹੋ ਜਾਏਗਾ ਥੋੜਾ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਐ ਨਾਨਕਾ ਜਹ ਪ੍ਰੀਤ ਨਾਹੀ ਭਗਵੰਤ। ਜਿਹੜੇ ਇਸ ਤਰ੍ਹਾਂ ਦੇ ਅਭਿਮਾਨੀ ਹੋ ਜਾਂਦੇ ਨੇ ਰੂਪ ਕਰਕੇ, ਤੇ ਮਹਾਰਾਜ ਜੀ ਫਰਮਾਨ ਕਰਦੇ ਨੇ ਪ੍ਰੀਤ ਹੋਵੇ ਨਾ, ਐਵੇਂ ਚੁੱਕੀ ਫਿਰਨ ਅਹੰਕਾਰ ਦਾ ਬਸਤਾ, ਦਾ ਅਹੰਕਾਰ ਦਾ ਝੋਲਾ। ਉਹ ਮਹਾਰਾਜ ਜੀ ਕਹਿੰਦੇ ਨੇ ਉਹਨੇ ਮੁਰਦੇ, ਜਿਸ ਦੀ ਜ਼ਮੀਰ ਮਰ ਜਾਏ, ਜਿਹੜਾ ਸੱਚ ਤੇ ਪਹਿਰਾ ਨਾ ਦੇਵੇ, ਝੂਠ ਦੀ ਸੰਗਤ ਕਰੇ, ਜਿਹੜਾ ਇਮਾਨਦਾਰੀ ਛੱਡ ਦੇਵੇ, ਧਿਆਨ ਦੇਣਾ, ਜਿਹੜਾ ਇਨਸਾਫ ਕਰ ਨਾ ਸਕੇ, ਜਿਹੜਾ ਹਮੇਸ਼ਾ ਦੁਬਦਾ ਦੇ ਵਿੱਚ ਤੇ ਭਰਮ ਦੇ ਵਿੱਚ ਜ਼ਿੰਦਗੀ ਬਤੀਤ ਕਰੇ, ਇੱਕ ਪਾਸੇ ਹੀ ਨਾ ਲੱਗ ਸਕੇ, ਜਿਹੜਾ ਸੱਚੇ ਨੂੰ ਸੱਚਾ ਤੇ ਝੂਠੇ ਨੂੰ ਝੂਠਾ ਨਾ ਕਹਿ ਸਕੇ, ਜਿਹੜਾ ਗੁਰੂ ਦੇ ਨਾਲ ਪ੍ਰੀਤ ਨਾ ਕਰ ਸਕੇ, ਦਿੱਤੇ ਹੋਏ ਦਾ ਸ਼ੁਕਰਾਨਾ ਵੀ ਨਾ ਕਰ ਸਕੇ, ਉਹ ਅਸਲ ਦੇ ਵਿੱਚ ਮੁਰਦਾ ਹੈ, ਅਸਲ ਦੇ ਵਿੱਚ ਮ੍ਰਿਤਕ ਹੈ, ਉਹ ਹੈ। ਤੇ ਜੇ ਕੋਈ ਇਦਾਂ ਦਾ ਮੁਰਦਾ ਹੈ, ਜੇ ਉਹ ਸੱਚ ਬੋਲਣ ਲੱਗ ਜਾਏ, ਜੇ ਉਹ ਪੁੰਨਦਾਨ ਕਰਨ ਲੱਗ ਜਾਏ, ਜੇ ਉਹ ਇਮਾਨਦਾਰੀ ਦੇ ਨਾਲ ਕਮਾਈ ਕਰਨ ਲੱਗ ਜਾਏ, ਜੇ ਉਹ ਚੇਅਰ ਤੇ ਬਹਿ ਕੇ ਇਨਸਾਫ ਨਿਆਂ ਕਰਨ ਲੱਗ ਜਾਏ,
ਇਹਦਾ ਮਤਲਬ ਉਹਨੂੰ ਮੁਰਦੇ ਨੂੰ ਜਿਉਂਦਾ ਕਰ ਦਿੱਤਾ। ਇਹਨੂੰ ਕਹਿੰਦੇ ਨੇ ਮ੍ਰਿਤਕ ਕੋ ਜੀਵਾਲਨਹਾਰ। ਉਹ ਮੋਈ ਹੋਈ ਜ਼ਮੀਰ, ਉਹ ਮਰੀ ਹੋਈ ਜ਼ਮੀਰ, ਉਹ ਮਰੀ ਹੋਈ ਆਤਮਾ ਜਿਸ ਵਿੱਚ ਪਰਮ ਪਿਤਾ ਪਰਮਾਤਮਾ ਪ੍ਰਗਟ ਨਹੀਂ ਸੀ ਹੁੰਦਾ, ਉਹਦੇ ਵਿੱਚੋਂ ਪ੍ਰਗਟ ਹੋ ਗਿਆ। ਇਹਦਾ ਮਤਲਬ ਉਹ ਜਿਉਂਦਾ ਹੈ, ਉਹ ਜਿਉਂਦਾ ਹੈ। ਕਿਸੇ ਦੇ ਸਾਹ ਚੱਲਦੇ ਹੋਣ ਕਹਿੰਦੇ ਦੇਖੋ ਨਬਜ, ਜੇ ਥੋੜੀ ਵੀ ਚੱਲਦੀ ਕਹਿੰਦੇ ਇਹ ਜਿਉਂਦਾ ਹੈ। ਤੇ ਮਹਾਰਾਜ ਜੀ ਕਹਿੰਦੇ ਜਿਸ ਦੇ ਅੰਦਰ ਪ੍ਰੇਮ ਤੇ ਸ਼ੁਕਰਾਨਾ ਚੱਲਦਾ ਅਸੀਂ ਉਸ ਨੂੰ ਕਹਿੰਦੇ ਹਾਂ ਜਿਉਂਦਾ ਹੈ। ਜਿਉਣਾ ਸਾਡਾ 100 ਸਾਲ ਤੱਕ ਹੈ ਨਾ, ਵੱਧ ਤੋਂ ਵੱਧ ਸਰੀਰ ਕਰਕੇ। ਪਰ ਬਾਣੀ ਵਿੱਚ ਕਹਿੰਦੇ ਨੇ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ, ਉਹ ਸਦਾ ਹੀ ਜਿਉਂਦੇ ਨੇ। ਸਾਕਤ ਮਰੇ ਸੰਤ ਸਭ ਜੀਵੈ। ਸਾਕਤ ਦੀ ਮੌਤ ਹੁੰਦੀ ਹੈ, ਦੋਨੇ ਮਰਦੇ ਇੱਕੋ ਤਰੀਕੇ ਦੇ ਨਾਲ। ਦੋਨਾਂ ਨੂੰ ਸ਼ਮਸ਼ਾਨ ਘਾਟ, ਸੰਤ ਨੂੰ ਤੇ ਸਾਕਤ ਨੂੰ ਵੀ ਇੱਕੋ ਤਰੀਕੇ ਦੇ ਨਾਲ ਲੈ ਕੇ ਜਾਇਆ ਜਾਂਦਾ। ਉਹੀ ਬਾਲਣ, ਉਹੀ ਚਿੱਖਾ ਸੰਤ ਵਾਸਤੇ ਵੀ ਹੈ ਤੇ ਸਾਕਤ ਵਾਸਤੇ ਵੀ। ਉਹੀ ਸੁਆਹ ਉਹਦੀ ਬਣਦੀ ਹੈ, ਉਹੀ ਉਹਦੀ ਬਣਦੀ ਹੈ। ਪਰ ਅਸਲ ਦੇ ਵਿੱਚ ਕਹਿੰਦੇ ਸਾਕਤ ਮਰ ਜਾਂਦਾ ਤੇ ਸੰਤ ਮਰਦਾ ਹੀ ਨਹੀਂ। ਸਾਕਤ ਮਰੇ ਸੰਤ ਸਭ ਜੀਵੈ। ਸਰੀਰ ਤੇ ਉਹਦਾ ਵੀ ਨਹੀਂ ਰਿਹਾ। ਉਹ ਕਿਹੜੀ ਚੀਜ਼ ਹੈ ਜਿਹੜੀ ਉਹਦੀ ਮਰੀ ਨਹੀਂ? ਉਹਦੇ ਵਿੱਚ ਜਿਹੜਾ ਸੱਚ ਸੀ, ਉਹਦੇ ਵਿੱਚ ਜਿਹੜਾ ਪਰਉਪਕਾਰ ਸੀ, ਦਇਆ ਸੀ, ਪੁੰਨ ਸੀ, ਪ੍ਰੀਤ ਸੀ, ਉਹਦੀ ਖਤਮ ਨਹੀਂ ਹੋਈ। ਇਸ ਕਰਕੇ ਉਸ ਨੂੰ ਮੁਰਦਾ ਨਹੀਂ ਕਹਿੰਦੇ, ਉਹਨੂੰ ਸਦਾ ਹੀ ਜੀਵਤ ਕਹਿੰਦੇ ਨੇ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਉਹਨਾਂ ਨੇ ਪਤਾ ਕੀ ਕੀਤਾ ਹੁੰਦਾ? ਉਹਨਾਂ ਨੇ ਜਿਉਂਦੇ ਜੀ ਆਪਣੇ ਆਪ ਨੂੰ ਮਾਰ ਲਿਆ ਹੁੰਦਾ ਹੈ। ਮਹਾਰਾਜ ਜੀ ਕਹਿੰਦੇ ਨੇ ਪਹਿਲਾਂ ਖੁਦ ਜਿਉਂਦੇ ਜੀ ਮਰ ਕੇ ਫਿਰ ਜਿਉਣਾ ਸਿੱਖ ਕੇ ਫਿਰ ਮਰਨ ਤੋਂ ਬਾਅਦ ਸਦੀਵੀ ਜਿਉਂਦਾ ਰਹਿ ਸਕਦਾ। ਧਿਆਨ ਦੇਣਾ, ਜਿਉਂਦੇ ਹੋਏ ਮਰਨਾ ਸਿੱਖ ਕੇ ਫਿਰ ਜਦੋਂ ਸਰੀਰ ਕਰਕੇ ਮਰਦਾ ਹੈ, ਧਿਆਨ ਵਾਲੀ ਗੱਲ। ਜਿਉਂਦੇ ਜੀ ਮਰਨਾ ਸਿੱਖ ਕੇ ਜਦੋਂ ਸਰੀਰ ਕਰਕੇ ਖਤਮ ਹੁੰਦਾ ਹੈ, ਉਸ ਮਰਨ ਤੋਂ ਬਾਅਦ ਵੀ ਜਿਉਂਦਾ ਕਿਵੇਂ ਰਹਿ ਸਕਦਾ? ਇਹ ਬਾਣੀ ਦੱਸਦੀ ਹੈ। ਨਾਨਕ ਜੀਵਤਿਆਂ ਮਰ ਰਹੀਐ ਐਸਾ ਜੋ ਕਮਾਈਏ। ਇੱਦਾਂ ਦਾ ਜੋਗੀ, ਇੱਦਾਂ ਦੀ ਯੋਗਤਾ, ਇੱਦਾਂ ਦਾ ਭਜਨ, ਇੱਦਾਂ ਦੀ ਬੰਦਗੀ, ਇੱਦਾਂ ਦਾ ਜੀਵਨ, ਉਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਮਿਲਦਾ। ਇੱਦਾਂ ਦਾ ਜੀਵਨ ਮਤਲਬ ਜੀਵਨ ਜਿਉਂਦੇ ਜੀ ਮਰਨਾ ਕਿਹਨੂੰ ਕਹਿੰਦੇ ਨੇ? ਮੇਰੇ ਮਨ ਦੇ ਵਿੱਚ ਜੋ ਪ੍ਰਬਲ ਇੱਛਾ ਕਿਸੇ ਪਦਾਰਥ ਦੀ ਪ੍ਰਾਪਤੀ ਦੇ ਲਈ ਹੈ, ਉਹ ਇੱਛਾ ਨੂੰ ਮੈਂ ਮਾਰ ਦੇਣਾ। ਜਿਸ ਤ੍ਰਿਸ਼ਨਾ ਕਰਕੇ ਮੇਰਾ ਪੇਟ ਜਿਹੜਾ ਹੈ ਉਹ ਭੁੱਖ ਦਿਖਾਲਦਾ ਹੈ, ਮੇਰਾ ਮਨ ਜਿਹੜਾ ਹੈ ਅਸ਼ਾਂਤ ਰਹਿੰਦਾ, ਡੋਲਦਾ ਰਹਿੰਦਾ, ਉਸ ਤ੍ਰਿਸ਼ਨਾ ਨੂੰ ਮੈਂ ਮਾਰਨਾ, ਇਹਨੂੰ ਕਹਿੰਦੇ ਨੇ ਜਿਉਂਦੇ ਜੀ ਮਰਨਾ। ਅੰਦਰ ਜਿਹੜੀਆਂ ਨੇ ਇੱਛਾਵਾਂ ਨੇ, ਨਹਕਾਮੀ ਹੋਣਾ ਹੈ। ਹੋਰ ਪੰਕਤੀ ਇੱਕ ਲੈਨੇ ਆ, ਸੇਵਾ ਕਰਤੋ ਹੋਤ ਨਹਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ। ਜੋ ਕੁਝ ਵੀ ਮੈਂ ਕਰਦਾ ਹਾਂ ਉਸ ਦੇ ਵੱਟੇ ਜਾਂ ਉਸ ਦੇ ਬਦਲੇ ਮੈਂ ਕਿਸੇ ਵੀ ਚੀਜ਼ ਦੀ ਆਸ ਨਾ ਰੱਖਾਂ, ਕੇਵਲ ਸੱਚੀ ਪ੍ਰੀਤ ਤੋਂ ਬਗੈਰ। ਇਹ ਜਿਉਂਦੇ ਜੀ ਆਪਣੇ ਆਪੇ ਨੂੰ ਮਾਰਨਾ ਕਿਹਾ ਜਾਂਦਾ ਹੈ। ਜਾਂ ਇੰਝ ਵੀ ਪੜ੍ਹ ਲੈਂਦੇ ਆ, ਆਪ ਗਵਾਈਐ ਤਾਂ ਸਹੁ ਪਾਈਐ ਔਰ ਕੈਸੀ ਚਤੁਰਾਈ। ਆਪਣੇ ਆਪ ਨੂੰ ਮਾਰ ਕੇ ਮਤਲਬ ਭਾਵ ਆਪਾ ਮਾਰ ਕੇ, ਮੈਂ ਮਾਰ ਕੇ, ਹੰਕਾਰ ਮਾਰ ਕੇ ਜੋ ਜਿਉਂਦਾ ਹੈ ਉਸ ਨੂੰ ਅਸਲ ਦੇ ਵਿੱਚ ਜੀਵਨ ਜਾਂ ਜਿਉਣਾ ਕਹਿੰਦੇ ਨੇ। ਸੋ ਸ਼ਬਦ ਦੀ ਪੰਕਤੀ ਬੜੀ ਪਿਆਰੀ ਆਰੰਭ ਹੋਈ ਹੈ। ਪਹਿਲੀ ਪੰਕਤੀ ਹੈ ਅਜੇ, ਮ੍ਰਿਤਕ ਕਉ ਜੀਵਾਲਨ ਹਾਰ। ਮੋਏ ਹੋਏ ਨੂੰ ਵੀ ਮਹਾਰਾਜ ਜੀ ਜਿਉਂਦਾ ਕਰ ਦਿੰਦੇ ਨੇ। ਉਹ ਕਿਸ ਤਰ੍ਹਾਂ? ਜਿਵੇਂ ਸੁੱਤੇ ਹੋਏ ਨੂੰ, ਸੁੱਤਾ ਹੋਇਆ ਬੰਦਾ ਮੋਏ ਦੇ ਸਮਾਨ ਹੁੰਦਾ। ਗੁਸਤਾਖੀ ਮਾਫ, ਕੋਈ ਗੁੱਸਾ ਨਾ ਕਰੇ। ਜਿਹੜਾ ਜਾਗ ਪਿਆ ਉਹਨੂੰ ਜੀਵਨ ਮਿਲ ਗਿਆ। ਜਿਹਨੂੰ ਗੁਰੂ ਦੀ ਸੰਗਤ ਮਿਲ ਗਈ ਨਾ, ਅਸਲ ਦੇ ਵਿੱਚ
ਇਹ ਜੀਵਨ ਦਿੱਤਾ, ਇਹਨੂੰ ਜਿਉਂਦਾ ਕਹਿੰਦੇ ਨੇ। ਜੋ ਅਸੀਂ ਸੌਂ ਕੇ ਆਪਣਾ ਜੀਵਨ ਬਤੀਤ ਕਰ ਰਹੇ ਹਾਂ, ਜਾਂ ਤਾਂ ਅਵਸਥਾ ਬ੍ਰਹਮ ਗਿਆਨੀ ਵਾਲੀ ਹੋਵੇ ਵੀ ਸੁੱਤਿਆਂ ਵੀ ਉਹ ਚੱਲਦੀ ਰਹੇ ਚੀਜ਼, ਫਿਰ ਤਾਂ ਇੱਕ ਅਲੱਗ ਗੱਲ ਹੋ ਗਈ ਨਾ। ਨਹੀਂ ਤਾਂ ਸੁੱਤਿਆਂ ਹੋਇਆਂ ਜੀਵਨ ਬਤੀਤ ਕਰਨਾ, ਇਸ ਨੂੰ ਮੂਰਖਤਾ ਕਹਿੰਦੇ ਨੇ, ਬਾਣੀ ਵਿੱਚ ਲਿਖਿਆ। ਇਸ ਨੂੰ ਅਗਿਆਨਤਾ ਕਹਿੰਦੇ ਨੇ, ਬਾਣੀ ਵਿੱਚ ਲਿਖਿਆ। ਪੰਕਤੀ ਤੁਹਾਨੂੰ ਦੱਸਾਂਗੇ ਗੁਰੂ ਮਹਾਰਾਜ ਜੀ ਭਗਤਾਂ ਦੀ। ਜਿਹੜਾ ਸੌਂ ਕੇ ਜੀਵਨ ਬਤੀਤ ਕਰਦਾ, ਸੌਣ ਦਾ ਸ਼ੌਂਕ ਬੜਾ ਪਿਆਰਾ ਹੁੰਦਾ, ਸੌਣਾ ਬਹੁਤ ਚੰਗਾ ਲੱਗਦਾ। ਨੀਂਦ ਮੈਨੂੰ ਵੀ ਪਿਆਰੀ ਹੈ, ਤੁਹਾਨੂੰ ਵੀ ਪਿਆਰੀ ਹੈ, ਪਰ ਨੀਂਦ ਨੂੰ ਤਿਆਗਣ ਵਾਲਾ ਤਿਆਗੀ ਤੇ ਜਿਉਂਦਾ ਹੈ। ਕਬੀਰ ਸੁਤਾ ਕਿਆ ਕਰ ਹੈ, ਉੱਠ ਕੇ ਨਾ ਜਪ ਹੈ ਮੁਰਾਰ, ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਣ ਪਸਾਰ। ਮਹਾਰਾਜ ਜੀ ਇੱਕ ਹੋਰ ਪੰਕਤੀ ਵਿੱਚ ਕਹਿੰਦੇ, ਸੁੱਤਿਓ ਸੁੱਤਿਓ ਜਾਗੋ ਚੱਲਿਆ ਵਣਜਾਰਾ। ਉਹ ਸੁੱਤੇ ਹੋਏ ਜਾਗ ਜਾਓ, ਵਣਜਾਰਾ ਚੱਲੇ। ਸਤਿਗੁਰ ਰੂਪੀ ਵਣਜਾਰਾ ਹੋਕਾ ਦੇ ਕੇ ਲੰਘ ਜਾਣਾ। ਜੇ ਕੋਈ ਸੁੱਤਾ ਹੋਵੇ ਤੇ ਹੋਕਾ ਦੇਣ ਵਾਲਾ ਕੋਈ ਰਾਹ ਦੇ ਵਿੱਚ ਆਵੇ ਤੇ ਪਤਾ ਨਹੀਂ ਲੱਗਦਾ ਸੁੱਤੇ ਨੂੰ ਵੀ ਕੋਈ ਭਾਈ ਆਇਆ ਸੀ, ਕੋਈ ਸੌਦਾ ਵੇਚਣ ਵਾਲਾ, ਕਿਉਂਕਿ ਉਹ ਸੁੱਤਾ ਸੀ। ਹੋਕਾ ਦੇਣ ਵਾਲਾ ਹੋਕਾ ਦੇ ਕੇ ਚਲਾ ਗਿਆ। ਗੁਰੂ ਦੇ ਹੋਕਾ ਦੇ ਰਿਹਾ ਹੈ, ਜਾਗ ਕੇ ਰਹਿਣਾ। ਜਾਗ ਲਿਓ ਰੇ ਮਨਾ ਜਾਗ ਲਿਓ, ਕਹਾਂ ਗਾਫਲ ਸੋਇਆ, ਜੋ ਤੈਨੂੰ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਇਸ ਕਰਕੇ ਤੂੰ ਜਾਗ ਕੇ ਰਹਿਣਾ। ਸੁੱਤਾ ਹੋਇਆ ਵੀ ਜਾਗ ਕੇ ਰਹਿ ਸਕਦਾ, ਜਾਗਦਾ ਹੋਇਆ ਤੇ ਜਾਗਿਆ ਹੈ ਹੀ ਹੈ। ਜਿਹੜੇ ਸਤਿਪੁਰਖ ਨੇ ਉਹ ਸੁੱਤੇ ਹੋਏ ਵੀ ਭਾਵੇਂ ਉਹ ਅੱਖੀਆਂ ਮੀਟ ਕੇ ਬੈਠਣ, ਉਹ ਜਾਗਦੇ ਨੇ। ਅਸੀਂ ਕਦੇ ਨਹੀਂ ਕਹਿ ਸਕਦੇ ਗੁਰੂ ਨਾਨਕ ਮਹਾਰਾਜ ਜੀ ਸੌਂਦੇ ਨੇ ਜਾਂ ਸੁੱਤੇ ਨੇ। ਬਾਬਾ ਨਾਨਕ ਕਿਤੇ ਸੌਣਾ ਹੈ? ਜੇ ਬਾਬਾ ਨਾਨਕ ਸੁੱਤਾ ਹੋਵੇ ਤੇ ਉਹ ਕਹੇ ਵੀ ਮੈਨੂੰ ਦਿਨ ਵੇਲੇ ਦਿਸਦੀ ਪ੍ਰਿਥਵੀ ਜਲਦੀ ਤੇ ਸੁੱਤਿਆਂ ਨੂੰ ਨਹੀਂ ਦਿਸਦੀ। ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ, ਚੜਿਆ ਸੋਧਣ ਧਰਤ ਲੁਕਾਈ। ਇਹਦਾ ਮਤਲਬ ਬਾਬਾ ਜਾਗਰਤ ਹੈ, ਗੁਰਮੁਖ ਜਾਗਦਾ, ਉਹ ਸੌਂਦਾ ਨਹੀਂ। ਗੁਰਮੁਖ ਦੀ ਅਵਸਥਾ ਐਸੀ ਹੁੰਦੀ ਹੈ। ਅੱਠੇ ਪੈਰ ਦੀ ਗੱਲ ਕੀਤੀ ਹੈ ਮਹਾਰਾਜ ਜੀ ਨੇ। 8 ਪੈਰ, ਅੱਠੇ ਪੈਰ ਉਹਦੀ ਬਿਰਤੀ ਜਿਹੜੀ ਹੈ ਸ਼ਬਦ ਨਾਲ ਜੁੜਦੀ ਹੈ। ਜਿਹਦੀ ਬਿਰਤੀ ਬਣੀ ਹੋਏਗੀ ਉਹਨੂੰ ਪਤਾ ਹੋਏਗਾ ਵੀ ਅੱਠੇ ਪੈਰ ਕਿਹਨੂੰ ਕਹਿੰਦੇ ਨੇ। ਜਿਹੜਾ ਜਾਗਦਾ ਹੋਇਆ ਕਦੀ ਜੁੜਿਆ ਨਹੀਂ, ਉਹ ਸੌਂਦਾ ਹੋਇਆ ਵੀ ਕਦੇ ਵੀ ਜੁੜ ਨਹੀਂ ਸਕਦਾ। ਜਿਹੜਾ ਜਾਗਦਾ ਹੋਇਆ ਕਿਤੇ ਜੁੜੇਗਾ, ਉਹ ਹੌਲੀ ਹੌਲੀ ਸੁੱਤਾ ਹੋਇਆ ਵੀ ਜੁੜ ਸਕਦਾ ਹੈ, ਸੁੱਤਾ ਹੋਇਆ ਵੀ ਜੁੜ ਸਕਦਾ ਹੈ। ਸੋ ਆਓ ਅਗਲੀ ਪੰਕਤੀ ਵੱਲ ਚੱਲਦੇ ਹਾਂ। ਸਾਨੂੰ ਪਤਾ ਲੱਗਿਆ ਹੋਏਗਾ ਸੰਖੇਪ ਦੇ ਵਿੱਚ ਵੀ ਮ੍ਰਿਤਕ ਕਿਹਨੂੰ ਕਹਿੰਦੇ ਨੇ। ਜਿਹੜੇ ਆਪਣੇ ਆਪ ਨੂੰ ਪਛਾਣਦੇ ਨੇ ਉਹ ਜਿਉਂਦੇ ਨੇ। ਜਿਨ੍ਹਾਂ ਨੇ ਇਹ ਨਹੀਂ ਪਛਾਣਿਆ ਕਿ ਮੈਂ ਹੈ ਕੌਣ, ਉਹ ਮ੍ਰਿਤਕ ਨੇ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਿਨ੍ਹਾਂ ਨੇ ਇਹ ਗੱਲ ਮੰਨ ਲਈ ਤੇ ਪਹਿਚਾਣ ਲਈ, ਉਹ ਜਿਉਂਦੇ ਜਾਗਦੇ ਨੇ। ਜਿਨ੍ਹਾਂ ਨੇ ਆਪਣੇ ਮੂਲ ਨੂੰ ਪਛਾਣਿਆ ਨਾ, ਆਪਣੇ ਆਪ ਦੀ ਪਹਿਚਾਣ ਨਾ ਕੀਤੀ, ਮਹਾਰਾਜ ਜੀ ਕਹਿੰਦੇ ਉਹ ਜਿਉਂਦੇ ਨਹੀਂ, ਉਹ ਮੁਰਦਾ ਨੇ। ਸੋ ਮ੍ਰਿਤਕ ਕੋ ਜੀਵਾਲਨਹਾਰ, ਭੂਖੇ ਕੋ ਦੇਵਤ ਆਧਾਰ। ਦੁਨੀਆ ਦੇ ਵਿੱਚ ਕੋਈ ਵੀ ਐਸਾ ਨਹੀਂ ਜਿਸ ਨੂੰ ਰੱਬ ਰਿਜ਼ਕ ਨਾ ਦੇਵੇ, ਰੋਟੀ ਨਾ ਦੇਵੇ। ਚਾਹੇ ਰਾਜਾ, ਚਾਹੇ ਭਿਖਾਰੀ ਹੈ, ਚਾਹੇ ਫੁੱਟਪਾਥ ਤੇ ਕੋਈ ਸੌਣ ਵਾਲਾ ਕਿਉਂ ਨਹੀਂ ਹੈ, ਚਾਹੇ ਕੀੜਾ ਮਕੌੜਾ ਕਿਉਂ ਨਹੀਂ। ਸੈਲ ਪੱਥਰ ਮੈਂ ਜੰਤਿਓ ਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ। ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਸ ਨੂੰ ਦਾਤਾ ਕਹਿੰਦੇ ਨੇ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦਿੰਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਭੁੱਖੇ ਕੋ ਦੇਵਤ ਆਧਾਰ। ਇੱਥੇ ਦੋ ਤਰ੍ਹਾਂ ਦੇ ਭੁੱਖੇ ਹੈ, ਧਿਆਨ ਦੇਣਾ। ਦੇਖੋ ਜਦੋਂ ਅਸੀਂ ਬਾਣੀ ਦੀਆਂ ਸ਼ਬਦ ਦੀਆਂ ਪੰਕਤੀਆਂ ਨੂੰ ਨਾ ਵਿਚਾਰਦੇ ਹਾਂ, ਮੈਨੂੰ ਵੀ ਜਾਂ ਤੁਹਾਨੂੰ ਵੀ ਉਦੋਂ ਹੀ ਪਤਾ ਲੱਗਦਾ ਇਹਦੇ ਵਿੱਚ ਕਿਆ ਕੀ ਹੈ। ਜੇ ਅਸੀਂ ਇਕੱਲੇ ਸ਼ਬਦ ਪੜ੍ਹਦੇ ਹੀ ਹੈ ਨਾ, ਸਾਨੂੰ ਸੱਚਮੁੱਚ ਬਿਲਕੁਲ ਨਹੀਂ ਪਤਾ ਲੱਗੇਗਾ ਬਾਣੀ ਵਿੱਚ ਲਿਖਿਆ ਕੀ ਹੈ। ਧਿਆਨ ਦੇਣਾ। ਕੋਈ ਵੀ ਥਿਊਰੀ ਹੈ, ਕਿਸੇ ਵੀ ਸਬਜੈਕਟ ਦੀ ਹੈ, ਮੈਥ ਹੈ, ਫਿਜ਼ਿਕਸ ਹੈ, ਕੈਮਿਸਟਰੀ ਹੈ, ਕਾਮਰਸ ਹੈ, ਕੋਈ ਵੀ ਸਬਜੈਕਟ ਹੈ,
टीचर साहबान ਜਿਹੜੇ ਨੇ ਜਦੋਂ ਤੱਕ ਉਸ ਨੂੰ ਬਲੈਕ ਬੋਰਡ ਦੇ ਉੱਪਰ ਮੈਥ ਦੇ ਫਾਰਮੂਲੇ ਨੂੰ ਪਹਿਲਾਂ ਲਿਖਾਇਆ ਜਾਂਦਾ, ਸਾਨੂੰ ਲਿਖਾਇਆ ਜਾਂਦਾ ਸੀ ਪਹਿਲਾਂ ਵੀ ਫਾਰਮੂਲੇ ਸਾਰੇ ਲਿਖ ਲਓ, ਉਹਦੇ ਮੁਤਾਬਕ ਤੁਸੀਂ ਸਵਾਲ ਕੱਢਣਾ। ਜਦੋਂ ਤੱਕ ਉਸ ਫਾਰਮੂਲੇ ਨੂੰ ਸਮਝਾਇਆ ਨਾ ਜਾਏ, ਹੁਣ ਇੰਗਲਿਸ਼ ਵਿੱਚ ਭਾਵੇਂ ਅੰਗਰੇਜ਼ ਲੋਕ ਇੰਗਲਿਸ਼ ਬੋਲਦੇ ਆ ਨਾ, ਜਿਹੜੇ ਸਾਡੇ ਇੰਡੀਅਨ ਨੇ ਨਾ ਜਿਹੜੇ ਅੰਗਰੇਜ਼ੀ ਬੋਲਦੇ ਆ ਨਾ, ਉਹ ਗੋਰੇ ਲੋਕ ਨਹੀਂ ਬੋਲ ਸਕਦੇ। ਅਸੀਂ ਟੈਂਸਾਂ ਦੇ ਹਿਸਾਬ ਨਾਲ ਬੋਲਦੇ ਹਾਂ, ਪ੍ਰੈਜ਼ੈਂਟ ਟੈਂਸ, ਪਾਸਟ ਟੈਂਸ, ਫਿਊਚਰ ਟੈਂਸ, ਪ੍ਰੈਜ਼ੈਂਟ ਇੰਡੈਫਿਨਿਟ, ਪ੍ਰੈਜ਼ੈਂਟ ਕੰਟੀਨਿਊਸ, ਪ੍ਰੈਜ਼ੈਂਟ ਪਰਫੈਕਟ, ਪਾਸਟ ਇੰਡੈਫਿਨਿਟ, ਇਹਦਾ ਮਤਲਬ ਟੈਂਸ ਨੇ। ਅਸੀਂ ਟੈਂਸਾਂ ਦੇ ਹਿਸਾਬ ਨਾਲ ਅੰਗਰੇਜ਼ੀ ਬੋਲਦੇ ਹਾਂ, ਤੇ ਜਿਹੜੇ ਗੋਰੇ ਲੋਕ ਨੇ ਉਹ ਬਸ ਉਹੋ ਹੀ ਲਾਈ ਜਾਂਦੇ, ਹੈ ਵੀ ਲਾਈ ਜਾਂਦੇ ਨੇ। ਸੋ ਉਹ ਚੀਜ਼ ਨੂੰ ਫੋਲੋ ਕਰਨ ਲੱਗ ਜਾਂਦੇ ਨੇ। ਸੋ ਜਦੋਂ ਤੱਕ ਅਸੀਂ ਕਿਸੇ ਚੀਜ਼ ਨੂੰ ਬੜੇ ਬਰੀਕੀ ਦੇ ਨਾਲ ਸਮਝਦੇ ਨਹੀਂ, ਦੇਖੋ ਸਵਾਲ ਬਰੀਕੀ ਨਾਲ ਸਮਝਣਾ ਪੈਂਦਾ, ਮੈਥ ਬਰੀਕੀ ਨਾਲ ਸਮਝਣਾ ਪੈਂਦਾ, ਇੰਗਲਿਸ਼ ਬਰੀਕੀ ਨਾਲ ਸਮਝਣੀ ਪੈਂਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਇੰਨੀ ਕਮਾਲ ਦੀ ਵੀ ਉਹਨੂੰ ਬਰੀਕੀ ਦੇ ਨਾਲ ਕਿਉਂ ਨਹੀਂ ਸਮਝਿਆ ਜਾਂਦਾ? ਸਾਨੂੰ ਸਮਝਣਾ ਚਾਹੀਦਾ। ਜਦੋਂ ਅਸੀਂ ਸਮਝਦੇ ਹਾਂ ਸਾਨੂੰ ਤਾਂ ਪਤਾ ਲੱਗਦਾ। ਜੇ ਟੀਚਰ ਆਏ ਤੇ ਸਿੱਧਾ ਆ ਕੇ ਲੈਸਨ ਪੜ੍ਹਾ ਕੇ ਚਲਾ ਜਾਏ, ਰੋਜ਼ ਪੜ੍ਹਾ ਕੇ ਚਲਾ ਜਾਏ, ਤੇ ਉਹ ਬੱਚੇ ਜਿਹੜੇ ਨੇ ਕਦੇ ਵੀ ਫੋਲੋ ਨਹੀਂ ਕਰ ਸਕਦੇ ਉਸ ਪੜ੍ਹਾਈ ਨੂੰ, ਜਦੋਂ ਤੱਕ ਉਹਨਾਂ ਨੂੰ ਬਿਲਕੁਲ ਚੰਗੀ ਤਰ੍ਹਾਂ ਸਮਝਾਇਆ ਨਾ ਜਾਵੇ। ਟੀਚਰ ਦੇਖੋ ਕਿੰਨਾ ਦਿਮਾਗ ਲਾ ਕੇ ਬੱਚਿਆਂ ਨੂੰ ਇੱਕ ਇੱਕ ਗੱਲ ਕੱਲੇ ਕੱਲੇ ਨੂੰ ਕੋਲ ਬੁਲਾ ਕੇ ਸਮਝਾਉਂਦੇ ਨੇ, ਤਾਂ ਸਮਝ ਲੱਗਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੀ ਸਮਝਾਉਣਾ ਬਹੁਤ ਜ਼ਰੂਰੀ ਹੈ। ਕੋਈ ਕਹਿੰਦਾ ਵੀ ਭਾਈ ਸਾਹਿਬ ਜੀ ਨਾ ਜ਼ਿਆਦਾ ਨਾ ਵਿਚਾਰ ਤੇ ਕਥਾ ਕਰਦੇ ਨੇ, ਕੀਰਤਨ ਘੱਟ ਕਰਦੇ ਨੇ। ਵੀ ਭਾਈ ਕੀਰਤਨ ਕਰਨਾ, ਕੀਰਤਨ ਵੀ ਕਰਦੇ ਆ, ਐਸੀ ਗੱਲ ਨਹੀਂ ਕੀਰਤਨ ਨਹੀਂ ਕਰਦੇ ਆ, 15-20 ਮਿੰਟ ਕੀਰਤਨ ਵੀ ਕਰੀਦਾ, 4-5 ਛੱਕੇ ਲਾਈਦੇ ਨੇ। ਵੀ ਇੱਧਰ ਨੂੰ ਨਾ ਜਾਇਆ ਕਰੋ, ਕਿੱਧਰ ਨੂੰ ਤੁਸੀਂ ਤੁਰ ਪਏ ਆ। ਦੇਖੋ ਮੈਂ ਕੋਈ ਮਾਨ ਨਹੀਂ ਕਰਦਾ, ਸਾਡੇ ਇਲਾਕੇ ਦੇ ਵਿੱਚ ਜਾਂ ਕਿੰਨੀ ਕੁ ਸ਼ਬਦ ਦੀ ਵਿਚਾਰ ਹੁੰਦੀ ਹੈ ਭਾਈ। ਇਹ ਕਿਤੇ ਸੌਖੀ ਥੋੜ੍ਹੋ ਹੈ, ਇਹ ਵੀ ਇੱਕ ਵਿਦਿਆ ਹੈ, ਤੇ ਸਭ ਤੋਂ ਵੱਡੀ ਹੈ ਬਖਸ਼ਿਸ਼। ਇੱਕ ਵਿਦਿਆ ਹੈ, ਇਹਨੂੰ ਪੜ੍ਹਨਾ ਪੈਂਦਾ, ਇਹਨੂੰ ਖੋਜਣਾ ਪੈਂਦਾ, ਘੰਟਿਆਂ ਬੱਧੀ ਵਿਦਵਾਨਾਂ ਨੂੰ ਸੁਣਨਾ ਵੀ ਪੈਂਦਾ, ਇੱਕ ਇੱਕ ਅੱਖਰ ਵੱਲ ਧਿਆਨ ਲਾਉਣਾ ਪੈਂਦਾ, ਸਾਰੇ ਪਾਸਿਓਂ ਹਟਾ ਕੇ ਫਿਰ ਸ਼ਬਦ ਦੇ ਭਾਵ ਅਰਥ ਦਾ ਪਤਾ ਲੱਗਦਾ। ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਜੇ ਕੋਈ ਕਹਿ ਲੈ ਜੀ ਇਹ ਤੇ ਇਹਨਾਂ ਨੂੰ ਤਾਂ ਖਰੇ ਕੀਰਤਨ ਨਹੀਂ ਆਉਂਦਾ, ਵਾਹ ਕਿਆ ਬਾਤ ਹੈ। ਇਸ ਤਰ੍ਹਾਂ ਦੀ ਗੱਲ ਨਹੀਂ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ 5 ਬਾਣੀਆਂ ਦਾ ਪਾਠ ਵੀ ਕੀਤਾ ਜਾਂਦਾ, ਗੁਰਮੁਖ ਪਿਆਰੇ ਸੁਖਰੀ ਸਾਹਿਬ ਦੀਆਂ ਅਸ਼ਟਪਦੀਆਂ ਵੀ ਕਰਕੇ ਜਾਂਦੇ ਨੇ, ਆਸਾ ਜੀ ਦੀ ਵਾਰ ਦੇ 5 ਛੱਕੇ ਵੀ ਲਾਏ ਜਾਂਦੇ ਨੇ, ਇੱਕ ਸ਼ਬਦ ਦਾ ਕੀਰਤਨ ਜੋ ਲੜੀਵਾਰ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ ਉਹ ਵੀ ਹੁੰਦਾ ਹੈ, ਤੇ ਸ਼ਬਦ ਦੀ ਲੜੀਵਾਰ ਵਿਚਾਰ ਵੀ 2-2.5 ਸਾਲਾਂ ਤੋਂ ਔਰ ਵਿਦ ਰਿਕਾਰਡਡ ਚੱਲ ਰਹੀ ਹੈ। ਔਰ ਜਿਹੜੇ ਐਪਰੀਸ਼ੀਏਟ ਕਰਦੇ ਨੇ ਉਹ ਵੀ ਤੇ ਹੈ ਹੀ ਨਹੀਂ, ਜੇ 100 ਦੇ ਵਿੱਚੋਂ 2 ਨੇ ਕਹਿ ਵੀ ਦਿੱਤਾ ਕੋਈ ਐਸੀ ਗੱਲ ਨਹੀਂ। ਸੋ ਜਦੋਂ ਸ਼ਬਦ ਦੀ ਵਿਚਾਰ ਚੱਲਦੀ ਹੈ, ਇੰਨਾ ਪਿਆਰਾ ਵੱਡਾ ਗਿਆਨ ਜਦੋਂ ਕੋਈ ਸੁਣਦਾ ਹੈ ਨਾ, ਫਿਰ ਪਤਾ ਲੱਗਦਾ ਹੈ ਜਿਹੜੇ ਕਦਰਦਾਨ ਨੇ ਵੀ ਇਹ ਚੀਜ਼ ਹੈ ਕੀ, ਇਹ ਚੀਜ਼ ਹੈ ਕੀ, ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਸੋ ਤੁਹਾਨੂੰ ਮੈਂ ਇੱਕ ਸ਼ਬਦ ਸੁਣਾਇਆ, ਮਿਰਤਕ ਕੋ ਜੀਵਾਲਨਾਰ ਭੁੱਖੇ ਕੋ ਦੇਵਤਾ ਧਾਰ, ਤੇ ਮੈਂ ਤੁਹਾਨੂੰ ਪੁੱਛ ਸਕਦਾ ਵੀ ਇਸ ਸ਼ਬਦ ਦੇ ਵਿੱਚ ਤੁਸੀਂ ਕੀ ਸਮਝਿਆ। ਬਾਅਦ ਵਿੱਚ ਮੇਰਾ ਤੁਹਾਡਾ ਹੱਕ ਹੈ ਮੇਰੇ ਤੋਂ ਪੁੱਛਣਾ, ਤੇ ਮੇਰਾ ਵੀ ਹੱਕ ਹੈ ਤੁਹਾਨੂੰ ਪੁੱਛਣਾ ਵੀ ਜਿਹੜਾ ਮੈਂ ਤੁਹਾਨੂੰ ਸ਼ਬਦ ਸੁਣਾਇਆ ਤੁਹਾਨੂੰ ਸਮਝ ਆ ਗਈ ਹੋਏਗੀ। ਬੱਚੇ ਨੂੰ ਨਾ ਟੀਚਰ ਪੜ੍ਹਾਉਣ ਤੋਂ ਬਾਅਦ ਪੁੱਛਦਾ, ਬੱਚਿਓ ਸਮਝ ਆ ਗਈ? ਉਹ ਬੱਚੇ ਕਹਿੰਦੇ ਯੈਸ ਟੀਚਰ, ਕਈ ਉਦੋਂ ਹੀ ਕਹਿ ਦਿੰਦੇ ਨੇ। ਤੇ ਫਿਰ ਉਹ ਟੀਚਰ ਕੀ ਪੁੱਛ ਲੈਂਦਾ, ਉੱਠ ਕੇ ਦੱਸੋ ਮੈਨੂੰ। ਪੁੱਛਦੇ ਨਾ ਟੀਚਰ, ਪੁੱਤ ਤੂੰ ਦੱਸ ਇਹ ਜਿਹੜਾ ਮੈਂ ਫਾਰਮੂਲਾ ਦੱਸਿਆ ਕਿਵੇਂ ਸਮਝ ਆਈ? ਉਹਨੂੰ ਪੂਰੀ ਆਈ ਨਹੀਂ ਹੁੰਦੀ, ਉਹ ਦੱਸ ਨਹੀਂ ਸਕਦਾ। ਤੇ ਜੇ ਕਿਸੇ ਨੂੰ ਮੈਂ ਸ਼ਬਦ ਪੜ੍ਹ ਕੇ ਸੰਗਤ ਦੇ ਮੈਂਬਰ ਨੂੰ ਪੁੱਛਾਂ, ਇੱਕ ਬੜੀ ਪਿਆਰੀ ਵਿਚਾਰ ਹੈ, ਜਾਂ ਕੋਈ ਵੀ ਇੱਕ ਕੀਰਤਨ ਕਰਕੇ ਉੱਠੇ ਤੇ ਸੰਗਤ ਦੇ ਇੱਕ ਮੈਂਬਰ ਨੂੰ ਬੁਲਾ ਲਏ ਵੀ ਜਿਹੜੇ ਤੁਸੀਂ 4 ਸ਼ਬਦ ਸੁਣੇ ਨੇ, 4ਾਂ ਦੇ ਵਿੱਚੋਂ ਇੱਕ ਲਾਈਨ ਦੇ ਮੈਨੂੰ ਅਰਥ ਸੁਣਾ ਦਿਓ, ਇਹਦੇ ਬਾਰੇ ਦੱਸ ਦਿਓ। ਕਹੇ ਜੀ ਮੈਨੂੰ ਤੇ ਪਤਾ ਨਹੀਂ ਲੱਗਦਾ, ਮੈਂ ਤਾਂ ਸੁਣਿਆ ਉਹਦਾ ਮੈਨੂੰ ਟਿਊਨ ਵਧੀਆ ਲੱਗੀ। ਤੇ ਜਿਹੜਾ ਸਰੋਤਾ
ਉਹ ਵੀ ਪੁੱਛ ਸਕਦਾ ਵੀ ਜਿਹੜੇ ਤੁਸੀਂ ਇਹ 5 ਲਾਈਨਾਂ ਪੜ੍ਹੀਆਂ ਨੇ ਉਹਦੇ ਵਿੱਚੋਂ ਇੱਕ ਦਾ ਅਰਥ ਮੈਨੂੰ ਸੁਣਾ ਦਿਓ। ਤੇ ਉਹ ਵਕਤੇ ਦਾ ਵੀ ਫਰਜ਼ ਬਣਦਾ ਹੈ ਉਹ ਦੱਸਣਾ। ਵਕਤੇ ਦਾ ਸਰੋਤੇ ਨੂੰ ਪੁੱਛਣ ਦਾ ਹੱਕ ਹੈ, ਸਰੋਤੇ ਦਾ ਵਕਤੇ ਨੂੰ ਪੁੱਛਣ ਦਾ ਹੱਕ ਹੈ ਵੀ ਇਹਦੇ ਵਿੱਚ ਕੀ ਲਿਖਿਆ, ਦਾ ਭਾਵ ਕੀ ਹੈ। ਜੇ ਸਾਨੂੰ ਕਿਸੇ ਨੂੰ ਭਾਵ ਦਾ ਹੀ ਨਾ ਪਤਾ ਲੱਗਿਆ ਤੇ ਫਿਰ ਕੀ ਫਾਇਦਾ ਹੋਏਗਾ। ਹੁਣ ਇੱਥੇ ਸ਼ਬਦ ਅਗਲੀ ਪੰਕਤੀ ਵਿੱਚ ਆਇਆ ਭੁੱਖਾ। ਇੱਥੇ ਭੁੱਖੇ ਦਾ ਮਤਲਬ ਅਸੀਂ ਉਹੀ ਕਹਾਂਗੇ ਵੀ ਜਿਹਨੂੰ ਕੋਈ ਚੀਜ਼ ਖਾਣ ਲਈ ਚਾਹੀਦੀ ਹੋਵੇ ਜਾਂ ਕਿਸੇ ਵੀ ਵਸਤੂ ਦੀ ਪ੍ਰਾਪਤੀ ਲਈ ਹੋਵੇ। ਇੱਥੇ ਭੁੱਖਾ ਇੱਕ ਪ੍ਰਕਾਰ ਦੇ ਨਹੀਂ, ਭੁੱਖੇ ਕਈ ਪ੍ਰਕਾਰ ਦੇ ਨੇ। ਦਰਸ਼ਨ ਦੀ ਭੁੱਖ ਵੀ ਹੁੰਦੀ ਹੈ, ਇਹ ਵੀ ਤਾਂ ਭੁੱਖ ਹੀ ਹੈ ਨਾ। ਦਰਸ਼ਨ ਦੀ ਪਿਆਸ ਵੀ ਹੁੰਦੀ ਹੈ ਨਾ, ਪਾਣੀ ਦੀ ਪਿਆਸ ਵੀ ਹੁੰਦੀ ਹੈ, ਰੋਟੀ ਦੀ ਭੁੱਖ ਵੀ ਹੁੰਦੀ ਹੈ, ਤੇ ਦਰਸ਼ਨਾਂ ਦੀ ਭੁੱਖ ਵੀ ਹੁੰਦੀ ਹੈ, ਸੇਵਾ ਦੀ ਭੁੱਖ ਵੀ ਹੁੰਦੀ। ਆਪੀ ਅਰਥ ਆ ਗਏ ਨਾ ਅਲੱਗ ਅਲੱਗ। ਸੱਚ ਨਾਮ ਕੀ ਲਾਗੇ ਭੁੱਖ, ਉਦ ਭੁੱਖੇ ਖਾਏ ਚਲੀਏ ਦੁੱਖ। ਭੁੱਖੇ ਕੋ ਦੇਵਤੇ ਆਧਾਰ। ਇੱਕ ਤੇ ਉਹ ਨੇ ਜਿਨ੍ਹਾਂ ਨੂੰ ਪੇਟ ਭਰ ਰੋਟੀ ਚਾਹੀਦੀ, ਉਹਨਾਂ ਨੂੰ ਰੋਟੀ ਮਿਲੀ ਜਾਂਦੀ ਹੈ। ਇੱਕ ਐਸੇ ਵੀ ਰੱਬ ਦੇ ਪਿਆਰੇ ਨੇ ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗਦੀ ਹੈ, ਉਹਨਾਂ ਦੀ ਭੁੱਖ ਨੂੰ ਵੀ ਮਿਟਾਉਂਦਾ ਹੈ ਸਾਡਾ ਸਤਿਗੁਰੂ। ਕੀ ਦੇ ਕੇ? ਨਾਮ ਦੀ ਬਖਸ਼ਿਸ਼। ਭੁੱਖੇ ਕੋ ਦੇਵਤਾ ਆਧਾਰ। ਭੁੱਖੇ ਨੂੰ ਆਸਰਾ ਦਿੰਦਾ, ਭੁੱਖੇ ਨੂੰ ਤ੍ਰਿਪਤ ਕਰਦਾ। ਜਿਹੜੇ ਗੁਰਮੁਖ ਨੇ ਨਾ ਉਹ ਖਾਣ ਦਾ ਲਾਲਚ ਹੀ ਨਹੀਂ ਕਰਦੇ, ਤੇ ਰੱਬ ਉਹਨੂੰ ਕੀ ਪਰੋਸ ਕੇ ਖੀਰ ਪੂੜੇ ਲਾਈ ਬੈਠਾ, ਸਟਾਲ ਲਾਈ ਬੈਠਾ। ਰੱਬ ਦੇਖਦਾ ਇਹਦੇ ਅੰਦਰ ਕਿਸ ਪ੍ਰਕਾਰ ਦੀ ਪਿਆਸ ਭੁੱਖ ਹੈ। ਦਰਸ਼ਨਾਂ ਦੀ ਪਿਆਸ ਹੈ, ਮੇਰੇ ਦੀਦਾਰ ਦੀ ਭੁੱਖ ਹੈ। ਕਿਸ ਨੂੰ ਕੋਈ ਹੋਰ ਜਿਸ ਤਰ੍ਹਾਂ ਦੀ ਕਿਸੇ ਦੀ ਹੋਵੇ ਆਸਾ ਉਹ ਪੂਰੀ ਕਰ ਦਿੰਦਾ। ਜਿਵੇਂ ਦੀ ਕਿਸੇ ਦੀ ਹੋਵੇ ਮਨ ਦੀ ਭਾਵਨਾ, ਰੱਬ ਹੀ ਨਹੀਂ ਵੀ ਉਹਨੂੰ ਪਦਾਰਥ ਨਹੀਂ ਦਿੰਦਾ, ਉਹ ਪਦਾਰਥ ਵੀ ਦੇ ਦਿੰਦਾ ਹੈ ਤੇ ਆਪ ਵੀ ਮਿਲ ਜਾਂਦਾ, ਉਹਨੂੰ ਸਬਰ ਵੀ ਦੇ ਦਿੰਦਾ। ਦੇਖੋ ਭੁੱਖ ਨੂੰ ਮਿਟਾਉਣ ਦੇ ਲਈ ਅਸਲ ਦੇ ਵਿੱਚ ਸਬਰ ਦੀ ਜ਼ਰੂਰਤ। ਜਿਹੜੀ ਅੰਦਰਲੀ ਭੁੱਖ ਹੈ ਉਹਦੀ ਗੱਲ ਹੈ, ਬਾਹਰਲੀ ਭੁੱਖ ਤੇ ਭੋਜਨ ਦੇ ਨਾਲ ਮਿਟਦੀ ਹੈ। ਅੰਦਰਲੀ ਭੁੱਖ ਜਿਹੜੀ ਹੈ ਉਹ ਸੰਤੋਖ ਸਬਰ ਦੇ ਨਾਲ ਉਹਦੇ ਨਾਲ ਮਿਟਦੀ ਹੈ। ਇਹ ਸਬਰ ਸੰਤੋਖ ਬੰਦਾ ਆਪ ਖੁਦ ਪੈਦਾ ਨਹੀਂ ਕਰ ਸਕਦਾ, ਇਸ ਨੂੰ ਗਿਆਨ ਰਾਹੀਂ ਗੁਰੂ ਦੀ ਬਖਸ਼ਿਸ਼ ਰਾਹੀਂ ਕੇਵਲ ਸਤਿਗੁਰ ਤੋਂ ਹੀ ਪ੍ਰਾਪਤ ਕੀਤਾ ਜਾ ਸਕਦਾ। ਸੋ ਭੂਖੇ ਕੋ ਦੇਵਤ ਆਧਾਰ, ਦਰਸ਼ਨ ਪਿਆਸੀ ਦਿਨ ਰਾਤ ਚਿਤਵੋ ਆਨੰਦਨ ਨੀਤ। ਇਹ ਪਿਆਸ ਭੁੱਖੀ ਹੈ, ਮੇਰੇ ਅੰਦਰ ਸੱਚੇ ਨਾਮ ਦੀ ਭੁੱਖ ਹੈ। ਮਾਲਕ ਕਿਰਪਾ ਕਰ ਮੈਨੂੰ ਇਸ ਭੁੱਖ ਦਾ ਕੋਈ ਹੱਲ ਦੱਸ। ਤੇ ਮਹਾਰਾਜ ਜੀ ਫਿਰ ਆਪਣੇ ਦਰਸ਼ਨਾਂ ਦੁਆਰਾ, ਬਾਣੀ ਦੁਆਰਾ, ਸ਼ਬਦ ਦੁਆਰਾ, ਗਿਆਨ ਦੁਆਰਾ ਇਸ ਚੀਜ਼ ਦੀ ਸਾਨੂੰ ਤ੍ਰਿਪਤੀ ਦਿੰਦੇ ਨੇ, ਤ੍ਰਿਪਤ ਕਰਦੇ, ਤ੍ਰਿਪਤ ਰਹੇ ਅਗਾਈ। ਸੋ ਇਸ ਕਰਕੇ ਮ੍ਰਿਤਕ ਕੋ ਜਵਾਲਨਹਾਰ ਕਿੱਦਾਂ ਕਿੱਦਾਂ ਜਿਉਂਦੇ ਨੇ, ਮ੍ਰਿਤਕ ਕਿਹੜੇ ਨੇ ਇਹ ਵੀ ਸਰਵਣ ਕੀਤਾ, ਔਰ ਭੁੱਖੇ ਕਿਹੜੇ ਨੇ, ਕਿਉਂਕਿ ਅਗਲੀਆਂ ਪੰਕਤੀਆਂ ਪਈਆਂ ਤੇ ਸਮਾਂ ਹੋ ਚੱਲਾ, ਇਸ ਕਰਕੇ ਸ਼ਾਰਟਲੀ ਅਗਲੀਆਂ ਪੰਕਤੀਆਂ ਹੋਰ ਬੜੀਆਂ ਪਿਆਰੀਆਂ ਨੇ, ਉਹਦੇ ਵਿੱਚ ਸਾਖੀ ਵੀ ਆਉਂਦੀ ਪਈ ਹੈ। ਸੋ ਮੈਂ ਕੋਸ਼ਿਸ਼ ਕਰਦਾ ਸੰਖੇਪ ਦੇ ਵਿੱਚ ਅਗਲੀਆਂ ਪੰਕਤੀਆਂ। ਸਰਬ ਨਿਧਾਨ ਕੀ ਦ੍ਰਿਸ਼ਟੀ, ਜਿੰਨੇ ਵੀ ਦੁਨੀਆ ਦੇ ਖਜ਼ਾਨੇ ਆ ਨਾ, ਸੱਚੇ ਪਾਤਸ਼ਾਹ ਜਿੰਨੇ ਵੀ ਦੁਨੀਆ ਦੇ ਖਜ਼ਾਨੇ ਨੇ ਉਸ ਮਾਲਕ ਦੇ ਅੰਡਰ ਨੇ। ਸਰਬ ਨਿਧਾਨ ਉਹ ਸਾਰਿਆਂ ਖਜ਼ਾਨਿਆਂ ਦਾ ਮਾਲਕ, ਜਿੰਜ ਕਹਿ ਲਈਏ ਲੋਕ ਤੇ ਪਰਲੋਕ ਦੇ ਸੁੱਖਾਂ ਦਾ ਮਾਲਕ ਰੱਬ। ਜੋ ਵੀ ਦੁਨੀਆ ਦੇ ਵਿੱਚ ਹੈ, ਜਿੰਨਾ ਵੀ ਦੁਨੀਆ ਦੇ ਵਿੱਚ ਧਨ ਦੌਲਤ ਜਾਂ ਜੋ ਵੀ ਕੋਈ ਵੀ ਚੀਜ਼ ਹੈ, ਉਹ ਸੱਚੇ ਪਾਤਸ਼ਾਹ ਦੇ ਬਿਲਕੁਲ ਅੰਡਰ ਹੈ, ਉਹਦੀ ਨਜ਼ਰ ਦੇ ਵਿੱਚ ਹੈ। ਉਹ ਜੇ ਚਾਹੇ ਤੇ ਕਿਸੇ ਨੂੰ ਉੱਪਰ ਹੀ ਉਠਾ ਸਕਦਾ, ਜੇ ਚਾਹੇ ਉੱਪਰ ਤੋਂ ਹੇਠਾਂ ਲਿਆ ਸਕਦਾ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਬਹੁਤ ਖਜ਼ਾਨੇ ਨੇ ਉਹਦੇ ਕੋਲ। ਕਿਵੇਂ ਦੇ ਨੇ ਇਹ ਸਾਨੂੰ ਨਹੀਂ ਅਜੇ ਤੱਕ ਪਤਾ ਲੱਗਾ ਪੂਰਨ ਤੌਰ ਤੇ, ਉਹਦੇ ਕੋਲ ਕਿਹੜੇ ਕਿਹੜੇ ਖਜ਼ਾਨੇ। ਸਾਨੂੰ ਇਹ ਪਤਾ ਵੀ ਇਹ ਦੁਕਾਨ ਹੈ, ਇਹਦੇ ਇਸ ਹੱਟੀ ਵਿੱਚ ਆਹ ਚੀਜ਼ ਮਿਲ ਜਾਏਗੀ, ਇਸ ਸਟੋਰ ਵਿੱਚ ਆਹ ਚੀਜ਼ਾਂ ਮਿਲ ਜਾਣਗੀਆਂ। ਪਰ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਕਿੰਨਾ ਕੁ ਕੁਛ ਹੈ ਅਜੇ ਤੱਕ ਸਾਨੂੰ ਪਤਾ ਨਹੀਂ ਲੱਗਾ।
ਜੇ ਸਾਨੂੰ ਪਤਾ ਲੱਗਿਆ ਹੁੰਦਾ ਤੇ ਲੁੱਟ ਪੈ ਜਾਣੀ ਸੀ, ਫਿਰ ਅਸੀਂ ਲੁੱਟ ਲੈਣਾ ਸੀ ਖਜ਼ਾਨਾ, ਫਿਰ ਨਹੀਂ ਅਸੀਂ ਪਿੱਛੇ ਹਟਣਾ ਸੀ। ਫਿਰ ਪਾਵੋ ਦਾਨ ਢੀਠ ਹੋਏ ਮੰਗੋ, ਅਸੀਂ ਤੇ ਹਟਣਾ ਨਹੀਂ ਸੀ ਗੁਰੂ ਨਾਨਕ ਦੇ ਘਰ ਤੋਂ, ਦੂਰ ਹੀ ਨਹੀਂ ਸੀ ਜਾਣਾ। ਸਾਨੂੰ ਪਤਾ ਵੀ ਇੱਥੋਂ ਹੀ ਮਿਲਣਾ। ਬੱਚੇ ਨੂੰ ਪਤਾ ਮਾਂ ਕੋ ਮਿਲ ਹੀ ਜਾਣਾ ਕੁਛ ਨਾ ਕੁਛ, ਉਹ ਰੋ ਕੇ ਚੀਕਾਂ ਮਾਰ ਕੇ ਪੈਸਾ ਲੈ ਹੀ ਲੈਂਦਾ, ਮਿਲ ਜਾਂਦਾ। ਢੀਠ ਹੋਣਾ ਪੈਂਦਾ। ਸੋ ਮਹਾਰਾਜ ਜੀ ਕਹਿੰਦੇ ਤੂੰ ਵੀ ਖਜ਼ਾਨਾ ਲੁੱਟਣਾ ਹੈ ਨਾ, ਢੀਠ ਹੋ ਜਾ ਔਰ ਉਸ ਕੋਲੋਂ ਮੰਗਣ ਦੀ ਜਾਚ ਸਿੱਖ ਲੈ। ਸ਼ਰਮ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਏ। ਪਰ ਜੀਵ ਮਹਾਰਾਜ ਜੀ ਕਹਿੰਦੇ ਜੋ ਵੀ ਪ੍ਰਾਪਤ ਕਰਦਾ ਵੈਸੇ ਆਪਣੇ ਪੂਰਬਲੇ ਕਰਮਾਂ ਦੇ ਮੁਤਾਬਕ ਸਭ ਕੁਝ ਪ੍ਰਾਪਤ ਕਰਦਾ। ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਜੇ ਮੈਂ ਪੂਰਬਲੇ ਕਰਮਾਂ ਮੁਤਾਬਕ ਹੀ ਸਭ ਕੁਝ ਪ੍ਰਾਪਤ ਕਰਨਾ ਹੈ ਤੇ ਫਿਰ ਮੈਨੂੰ ਗੁਰੂ ਕੋਲ ਜਾਣ ਦੀ ਕੀ ਜ਼ਰੂਰਤ ਹੈ। ਗੁਰੂ ਕਰਮ ਬਦਲਦਾ ਹੈ। ਜੇ ਕੋਈ ਗੁਰੂ ਦੀ ਬਖਸ਼ਿਸ਼ ਨਹੀਂ ਲੈਂਦਾ ਤੇ ਉਹ ਆਪਣੇ ਕਰਮਾਂ ਮੁਤਾਬਕ ਜੀਵਨ ਜਿਉਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਜੋ ਉਸਨੇ ਬੀਜਿਆ ਉਹ ਵੱਢਦਾ। ਤੇ ਜੇ ਕੋਈ ਗੁਰੂ ਦੇ ਪਾਸ ਜਾਣਾ ਸ਼ੁਰੂ ਕਰਦਾ, ਉਸ ਦੇ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਇਹ ਬਾਣੀ ਵਿੱਚ ਲਿਖਿਆ ਹੈ। ਵੈਸੇ ਅਸੀਂ ਸਾਰੇ ਨਾ ਆਪਣੀ ਜਿਹੜੀ ਬੀਜੀ ਖੇਤੀ ਹੈ ਨਾ, ਉਹ ਹੀ ਵੱਢ ਰਹੇ ਹਾਂ। ਉਹਦੇ ਮੁਤਾਬਕ ਸਾਨੂੰ ਮਿਲ ਰਿਹਾ ਜੋ ਅਸੀਂ ਪੁੰਨ ਦਾਨ ਜਾਂ ਜੋ ਵੀ ਕਮਾਈ ਕੀਤੀ ਹੈ, ਜਾਂ ਕੋਈ ਪਿਛਲੇ ਜਨਮ ਜਾਂ ਇਸ ਜਨਮ ਵਿੱਚ ਬੀਤੇ ਹੋਏ, ਕੱਲ੍ਹ ਵਿੱਚ ਬੀਤੇ ਹੋਏ, ਮਹੀਨੇ ਵਿੱਚ ਬੀਤੇ ਹੋਏ, ਸਾਲਾਂ ਵਿੱਚ ਜੋ ਕੁਝ ਕੀਤਾ ਅਸੀਂ ਉਹ ਪ੍ਰਾਪਤ ਕਰ ਰਹੇ ਹਾਂ। ਪਰ ਜੋ ਕਰਮ ਨੇ, ਕਰਮਾਂ ਨੂੰ ਬਣਾਉਣ ਵਾਲਾ ਸਤਿਗੁਰੂ ਹੈ। ਤੇ ਕਰਮ ਬਣਦੇ ਨੇ ਸੰਗਤ ਰਾਹੀਂ, ਕਰਮ ਬਣਦੇ ਨੇ ਸੱਚ ਨਾਲ ਜੁੜ ਕੇ, ਕਰਮ ਬਣਦੇ ਨੇ ਸੱਚ ਦੀ ਕਮਾਈ ਦੇ ਨਾਲ, ਕਰਮ ਬਣਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿਣ ਦੇ ਨਾਲ। ਇਸ ਕਰਕੇ ਜਿਸ ਦੇ ਕਰਮ ਇਸ ਪ੍ਰਕਾਰ ਬਣ ਗਏ ਉਸ ਨੂੰ ਫਲ ਅਵਸ਼ ਮਿਲੇਗਾ। ਸੋ ਗੁਰੂ ਜਿਹੜਾ ਉਹ ਕਰਮਾਂ ਦੇ ਵਿੱਚ ਅਦਲਾ ਬਦਲੀ ਕਰ ਸਕਦਾ ਹੈ, ਕਿਉਂਕਿ ਸਮਰੱਥ ਗੁਰੂ ਹੈ। ਸਾਡਾ ਗੁਰੂ ਸਮਰੱਥ ਹੈ, ਉਹ ਸਾਡੇ ਕਰਮਾਂ ਦੇ ਵਿੱਚ ਅਦਲਾ ਬਦਲੀ ਕਰ ਸਕਦਾ ਹੈ। ਉਹ ਸਾਡੇ ਕਰਮ ਬਦਲ ਸਕਦਾ ਹੈ, ਪੁੱਠਿਆਂ ਨੂੰ ਸਿੱਧੇ ਕਰ ਸਕਦਾ ਹੈ। ਧਿਆਨ ਦੇਣਾ, ਤੇ ਸਿੱਧਿਆਂ ਨੂੰ ਪੁੱਠੇ ਵੀ ਕਰ ਸਕਦਾ। ਉਹਨੂੰ ਕਰਨ ਦੀ ਜ਼ਰੂਰਤ ਕੀ ਹੈ? ਕਿਉਂਕਿ ਜਦੋਂ ਕੋਈ ਹੰਕਾਰੀ ਹੋ ਜਾਂਦਾ ਫਿਰ ਉਹ ਕਰਮਾਂ ਨੂੰ ਪੁੱਠੇ ਵੀ ਕਰ ਸਕਦਾ ਹੈ, ਉਸ ਨੂੰ ਆਕਾਸ਼ ਤੋਂ ਧਰਤੀ ਤੇ ਲਿਆ ਸਕਦਾ ਹੈ। ਸੋ ਗੁਰੂ ਸਮਰੱਥ ਹੈ। ਅਸੀਂ ਜੋ ਕੁਝ ਪ੍ਰਾਪਤ ਕਰ ਰਹੇ ਹਾਂ ਪੁਰਬ ਲਿਖੇ ਕਾ ਲਹਿਣਾ ਪਾਏ, ਆਪਣੇ ਪੁਰਬ ਕਰਮਾਂ ਦੇ ਮੁਤਾਬਕ ਪ੍ਰਾਪਤ ਕਰ ਰਹੇ ਹਾਂ। ਪਰ ਜੇ ਗੁਰੂ ਦੀ ਸ਼ਰਨ ਦੇ ਵਿੱਚ ਆਈ ਹੈ, ਮਹਾਰਾਜ ਜੀ ਕਹਿੰਦੇ ਕੋਟ ਕਰਮ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਜੇ ਸਾਡੇ ਮਤਲਬ ਵੀ ਦੁੱਖ ਹੈ ਪੁਰਾਤਨ ਪਿਛਲੇ ਕਰਮਾਂ ਦੇ, ਤੇ ਉਹ ਕਹਿੰਦੇ ਦੂਰ ਹੋ ਜਾਂਦੇ ਜਾਣਗੇ। ਬਿਘਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦਿੜਾਇਆ, ਕੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਉਹ ਮੇਟ ਦਿੰਦਾ ਕਰਮ, ਉਹ ਬਖਸ਼ ਦਿੰਦਾ। ਕਿਉਂਕਿ ਬਾਣੀ ਵਿੱਚ ਇੱਕ ਬੜੀ ਪਿਆਰੀ ਪੰਕਤੀ ਹੈ, ਬੜੀ ਕਲੀਅਰ ਹੈ। ਅਬ ਕੀ ਬਾਰ ਬਖਸ਼ ਬੰਦੇ ਕੋ, ਅਬ ਕੀ ਬਾਰ, ਇਸ बार अब की बार बख्श बंदे को बहुरना भव जल फेरा। ਇਹਦਾ ਮਤਲਬ ਜੇ ਸਾਡੇ ਕਰਮ ਗਲਤ ਹਨ ਉਹਨਾਂ ਨੂੰ ਬਖਸ਼ਣ ਦੇ ਲਈ ਬਖਸ਼ਣਹਾਰ ਬੈਠਾ ਹੈ। ਬਖਸ਼ਾਉਣੇ ਕਿੰਨੇ ਆ? ਹਾਜ਼ਰੀ ਕਿੰਨੇ ਲਵਾਉਣੀ ਹੈ ਵੀ ਸਕੂਲ ਜਾ ਕੇ? ਚਾਹੇ ਟੀਚਰ ਹੈ ਉਹਦੀ ਵੀ ਹਾਜ਼ਰੀ ਲੱਗਦੀ ਹੈ ਦਫ਼ਤਰ ਵਿੱਚ, ਚਾਹੇ ਸਟੂਡੈਂਟ ਹੈ ਉਹਦੀ ਵੀ ਹਾਜ਼ਰੀ ਲੱਗਦੀ ਹੈ ਕਲਾਸ ਵਿੱਚ। ਮਤਲਬ ਜਾਣਾ ਦੋਨਾਂ ਨੂੰ ਸਕੂਲ ਵਿੱਚ ਪੈਂਦਾ। ਜੇ ਟੀਚਰ ਸਕੂਲ ਨਾ ਜਾਏ ਰੈੱਡ ਲਾਈਨ ਉਹਦੀ ਵੀ ਲੱਗਦੀ ਹੈ। ਜੇ ਬੱਚਾ ਨਾ ਜਾਏ ਗੈਰ ਹਾਜ਼ਰੀ ਐਬਸੈਂਟ ਉਹਦੀ ਵੀ ਲੱਗਦੀ ਹੈ, ਦੋਨਾਂ ਦੀ ਲੱਗਦੀ ਹੈ। ਸੋ ਜੋ ਗੁਰੂ ਦੇ ਚਰਨਾਂ ਵਿੱਚ ਆ ਗਿਆ ਉਹਦੇ ਤੇ ਬਖਸ਼ਿਸ਼ ਹੋਣੀ। ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਕੋਈ ਦੋ ਰਾਏ ਨਹੀਂ। ਉਸਨੇ ਲੈ ਕੇ ਜਾਣੇ ਖਜ਼ਾਨੇ। ਕਿਉਂਕਿ ਗੁਰੂ ਦੇ ਘਰ ਕੋਈ ਆਇਆ ਹੋਵੇ ਤੇ ਐਵੇਂ ਚਲਾ ਜਾਏ। ਸਾਡੇ ਘਰ ਜਦੋਂ ਕੋਈ ਆਉਂਦਾ ਤੇ ਅਸੀਂ ਉਹਨੂੰ ਖਾਲੀ ਕਦੀ ਭੇਜਦੇ ਹਾਂ, ਚਾਹ ਤੇ ਪਿਆ ਹੀ ਦਿੰਦੇ ਹਾਂ ਨਾ। ਪਾਣੀ ਦਾ ਗਲਾਸ ਤੇ ਕੋਈ ਪਿਆਂਦਾ ਹੋਏਗਾ ਨਾ, ਜਿਹੜਾ ਪਾਣੀ ਦਾ ਗਲਾਸ ਵੀ ਨਹੀਂ ਪਿਆਂਦਾ ਨਾ
ਉਹ ਫਿਰ ਸੋਚ ਲਵੇ ਔਖਾ ਹੋਏਗਾ। ਕਿਸੇ ਨੂੰ ਆਏ ਨੂੰ ਜੇ ਕੋਈ ਪਾਣੀ ਦਾ ਗਲਾਸ ਵੀ ਨਹੀਂ ਨਾ ਪਿਆਉਂਦਾ, ਪਾਣੀ ਨੂੰ ਤਰਸ ਜਾਏਗਾ ਉਹ। ਗੁਸਤਾਖੀ ਮਾਫ, ਜਿਹਾ ਬੀਜੇ ਸੋ ਲੁਣੇ, ਕਰਮਾ ਸੰਦਲਾ ਖੇਤ। ਮੈਂ ਕਹਿੰਦਾ ਮੈਨੂੰ ਲੋਕ ਵਡਿਆਈ ਦੇਣ, ਪਰ ਮੈਂ ਕਿਸੇ ਨੂੰ ਦੇਣਾ? ਮੈਂ ਕਹਿੰਦਾ ਮੈਨੂੰ ਲੋਕ ਪਸੰਦ ਕਰਨ, ਮੈਨੂੰ ਲੋਕ ਮੇਰੀ ਵਾਹ ਵਾਹ ਕਰਨ, ਤੂੰ ਕਿਸੇ ਦੀ ਵਾਹ ਵਾਹ ਕਰਦਾ ਬਈ? ਮੈਂ ਕਹਿੰਦਾ ਮੈਨੂੰ ਲੋਕ ਛਕਾਉਣ, ਤੂੰ ਕਿਸੇ ਨੂੰ ਛਕਾਉਣਾ? ਮੈਂ ਕਹਿੰਦਾ ਮੈਨੂੰ ਲੋਕ ਬਹੁਤ ਜ਼ਿਆਦਾ ਉੱਪਰ ਉਠਾਉਣ, ਕਿ ਤੂੰ ਕਿਸੇ ਨੂੰ ਉੱਪਰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ? ਤੂੰ ਤੇ ਲੱਤਾਂ ਖਿੱਚਣ ਦੀ ਕੋਸ਼ਿਸ਼ ਕੀਤੀ ਹੈ। ਤੂੰ ਤੇ ਤੇਰੇ ਉੱਪਰ ਨਹੀਂ ਉੱਠ ਸਕਦੇ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਜੋ ਦੂਸਰੇ ਦਾ ਭਲਾ ਨਹੀਂ ਨਾ ਸੋਚਦਾ, ਉਹਦਾ ਪਤਨ ਹੁੰਦਾ ਹੈ। ਜੋ ਸਰਬੱਤ ਦਾ ਭਲਾ ਮੰਗਦਾ, ਉਹਦਾ ਪਹਿਲਾ ਭਲਾ ਹੁੰਦਾ ਹੈ। ਐਵੇਂ ਨਹੀਂ ਸਾਨੂੰ ਇਹ ਸਿੱਖਿਆ ਦਿੱਤੀ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਬਹੁਤ ਵੱਡਾ ਇੱਕ ਨੁਕਤਾ ਦਿੱਤਾ ਹੈ। ਜਦੋਂ ਤੂੰ ਭਲਾ ਮੰਗੇਗਾ ਨਾ, ਤੇਰੇ ਦੁਸ਼ਮਣ ਵੀ ਤੇਰੇ ਮਿੱਤਰ ਬਣ ਜਾਣਗੇ। ਮਹਾਰਾਜ ਜੀ ਕਹਿੰਦੇ ਨੇ ਭਲਾ ਗੱਲਾਂ ਦੇ ਨਾਲ ਨਹੀਂ ਕਹਿਣਾ, ਭਲਿਆਂ ਦੇ ਨਾਲ ਭਲਾਈ ਕਰਨੀ ਤੈਨੂੰ ਆਉਣੀ ਚਾਹੀਦੀ ਹੈ। ਬੁਰਿਆਂ ਦੇ ਨਾਲ ਵੀ ਭਲਾਈ ਕਰਨੀ ਤੈਨੂੰ ਆਉਣੀ ਚਾਹੀਦੀ। ਆਏਗੀ ਕਿੱਥੋਂ? ਗੁਰੂ ਗ੍ਰੰਥ ਸਾਹਿਬ ਤੋਂ। ਸੋ ਪੁਰਬ ਲਿਖੇ ਕਾ ਲਹਿਣਾ ਪਾਏ, ਪੁਰਬ ਲਿਖੇ ਕਰਮ ਅਸੀਂ ਭੋਗ ਰਹੇ ਹਾਂ, ਤੇ ਗੁਰੂ ਬਖਸ਼ਿਸ਼ ਕਰਕੇ ਕਰਮਾਂ ਨੂੰ ਬਦਲ ਦਿੰਦਾ। ਸਮਾਂ ਨਹੀਂ ਮੈਂ ਸਾਖੀ ਸੁਣਾਵਾਂ। ਮਾਤਾ ਸੁਲੱਖਣੀ ਦੇ ਕਰਮ ਬਦਲੇ ਸੀ, ਜਿਹਨੂੰ ਇੱਕ ਨਹੀਂ ਸੀ ਮਿਲਦਾ। ਇਤਿਹਾਸ ਵਿੱਚ ਲਿਖਿਆ 7 ਪੁੱਤਰ ਮਿਲਦੇ ਹੈ। ਜਿਨ੍ਹਾਂ ਦੇ ਕਰਮਾਂ ਦੇ ਵਿੱਚ ਕੋਈ ਨਹੀਂ ਸੀ, ਉਹਨਾਂ ਨੂੰ ਮਿਲੇ ਹੈ। ਬਾਬਾ ਆਦਮ ਵਰਗਿਆਂ ਨੂੰ ਮਿਲੇ ਹੈ, ਭਾਈ ਆਦਮ ਜਿਹਨੂੰ ਕਹਿੰਦੇ ਨੇ, ਉਹਨਾਂ ਨੂੰ ਮਿਲੇ ਹੈ। ਹੋਰ ਵੀ ਇਤਿਹਾਸ ਵਿੱਚ ਬਹੁਤ ਹੈ। ਜਦੋਂ ਅਸੀਂ ਪੜ੍ਹਾਂਗੇ ਜਿਨ੍ਹਾਂ ਦੇ ਕਰਮਾਂ ਦੇ ਵਿੱਚ ਕੁਛ ਨਹੀਂ, ਜਿਹੜੇ ਪਾਪੀ ਵੀ ਸੀ, ਉਹਨਾਂ ਦੇ ਵੀ 1 ਸਕਿੰਟ ਵਿੱਚ ਕਰਮ ਬਣਾ ਦਿੱਤੇ। 1 ਸਕਿੰਟ ਦੇ ਵਿੱਚ, ਹੋ ਸਕਦਾ ਸਕਿੰਟ ਵੀ ਜ਼ਿਆਦਾ ਹੋਵੇ, ਬਸ ਇੱਕਦਮ ਹੀ ਉਹਨਾਂ ਤੇ ਕਿਰਪਾ ਕਰਕੇ ਉਹਨਾਂ ਦੇ ਕਰਮ ਐਸੇ ਬਣਾ ਦਿੱਤੇ, ਉਹਨਾਂ ਨੂੰ ਰੱਬ ਰੂਪ ਹੀ ਬਣਾ ਕੇ ਰੱਖ ਦਿੱਤਾ ਸਾਡੇ ਸਤਿਗੁਰਾਂ ਨੇ। ਐਸਾ ਹੈ ਸਾਡੇ ਕੋਲ। ਤਾਂ ਹੀ ਕਹਿੰਦੇ ਆ ਨਾ, ਜੈਸਾ ਸਤਿਗੁਰ ਸੁਣੀਂਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ, ਕੱਟੇ ਹੋਮੇ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ੍ਹਾਂ ਧੁਰੇ ਪਿਆ ਸੰਜੋਗ। ਸਭ ਕੁਛ ਤਿਸਕਾ ਉਹ ਕਰਨੇ ਜੋਗ। ਸਭ ਕੁਛ ਪ੍ਰਭੂ ਦਾ ਹੈ ਔਰ ਉਹ ਕਰਨ ਦੇ ਸਮਰੱਥ ਹੈ। ਤਿਸ ਬਿਨ ਦੂਸਰ ਹੋਆ ਨਾ ਹੋਗ। ਉਸ ਤੋਂ ਬਿਨਾਂ ਸੰਸਾਰ ਦੇ ਵਿੱਚ ਦੂਜਾ ਕੋਈ ਨਹੀਂ। ਤੁਧ ਬਿਨ ਦੂਜਾ ਕੋਈ ਨਾਹੀਂ। ਉਹੀ ਹੈ ਸਦਾ, ਉਹਦਾ ਹੀ ਪਹਿਰਾ। ਜਪ ਜਨ ਸਦਾ ਸਦਾ ਦਿਨ ਰਹਿਣੀ। ਉਸ ਪ੍ਰਮਾਤਮਾ ਨੂੰ ਦਿਨ ਰਾਤ ਯਾਦ ਰੱਖਿਆ ਕਰ। ਸਭ ਤੇ ਊਚ ਨਿਰਮਲ ਇਹ ਕਰਨੀ, ਔਰ ਸਾਰੀਆਂ ਕਰਨੀਆਂ ਨਾਲੋਂ ਉੱਚੀ ਤੇ ਸੁੱਚੀ ਇਹ ਕਰਨੀ ਹੈ। ਮਤਲਬ ਉਹਨੂੰ ਯਾਦ ਰੱਖਣਾ। ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਿਸ ਤੇ ਮਿਹਰ ਕਰਕੇ ਮਹਾਰਾਜ ਜੀ ਨੇ ਨਾਮ ਦੀ ਕਿਰਪਾ ਕੀਤੀ ਨੇ, ਸਭ ਤੋਂ ਮਹਿੰਗੀ ਦਾਤ। ਪਾਤਸ਼ਾਹ ਜੀ ਕਹਿੰਦੇ ਨਾਨਕ ਸੋ ਜਨ ਨਿਰਮਲ ਥੀਆ। ਉਹ ਮਨੁੱਖ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਅੰਦਰੋਂ ਬਾਹਰੋਂ ਨਿਰਮਲ ਹੋ ਗਿਆ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਆਪ ਜੀ ਨੇ ਸ਼ਰਵਣ ਕੀਤੀ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਸਾਰਿਆਂ ਨੂੰ ਸ਼ਰਵਣ ਕਰਵਾਈ ਹੈ। ਸੱਚੇ ਪਾਤਸ਼ਾਹ ਜੀ ਆਪ ਜੀ ਦਾ ਬਹੁਤ ਕੋਟਾਨ ਕੋਟ ਸ਼ੁਕਰਾਨਾ। ਮਿਹਰ ਕਰੋ, ਵਿਵੇਕ ਬਖਸ਼ੋ, ਆਪ ਜੀ ਦੀ ਬਾਣੀ ਦੀ ਸਮਝ ਲੱਗੇ ਔਰ ਆਪ ਜੀ ਦੇ ਹੋ ਜਾਈਏ। ਆਪ ਜੀ ਦੇ ਨਾਲ ਚਿੱਤ ਲੱਗਿਆ ਰਵੇ ਔਰ ਆਪ ਜੀ ਦੇ ਨਾਲ ਬਹੁਤ ਪਿਆਰੀ ਸਾਂਝ ਬਣ ਜਾਏ। ਸਦਾ ਹੀ ਜੁੜੇ ਰਹੀਏ, ਕਦੇ ਵੀ ਦੂਰ ਨਾ ਹੋਈਏ, ਨਾ ਦੂਰ ਕਰਿਓ ਸੱਚੇ ਪਾਤਸ਼ਾਹ। ਮਿਹਰ ਰੱਖਣੀ ਇਹੀ ਅਸੀਂ ਆਸ ਰੱਖਦੇ ਹਾਂ। ਜੈਸੇ ਵੀ ਹਾਂ ਮਹਾਰਾਜ ਜੀ, ਪ੍ਰਭ ਜੀਓ ਖਸਮਾਂ ਨਾ ਕਰ ਪਿਆਰੇ, ਬੁਰੇ ਭਲੇ ਹਮ ਤਾਰੇ। ਤੇਰੇ ਹੀ ਆ, ਤੇਰੇ ਘਰ ਤੋਂ ਬਗੈਰੋ ਜਾਵਾਂ ਵੇਗੇ ਵੀ ਕਿੱਥੇ। ਸੋ ਸਾਨੂੰ ਬਖਸ਼ ਲੈਣਾ ਭੁੱਲਾਂ ਚੁੱਕਾਂ ਦੀ ਖੀਵਾਂ। ਇੰਨੀ ਸੇਵਾ ਪ੍ਰਵਾਨ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।